सत श्री अकाल जी। ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ। ਵਾਹਿਗੁਰੂ ਜੀ ਕਿਰਪਾ ਕਰਨ ਤੁਸੀਂ ਸਾਰੇ ਵਧੀਆ ਨੰਬਰ ਲੈ ਕੇ ਟੈਟ ਪਾਸ ਕਰੋ। ਇਹ ਵੀਡੀਓ ਰਿਵੀਜ਼ਨ ਦੇ ਲਈ ਹੈ। ਜੇਕਰ ਤੁਸੀਂ ਪਹਿਲਾਂ ਇਹ ਵੀਡੀਓ ਦੇਖ ਚੁੱਕੇ ਹੋ ਤਾਂ ਤੁਸੀਂ ਰਿਵਾਈਜ਼ ਕਰ ਸਕਦੇ ਹੋ। ਆਪਣੇ ਸਮੇਂ ਦਾ ਸਹੀ ਪ੍ਰਯੋਗ ਕਰੋ। ਚਲੋ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾ ਪ੍ਰਸ਼ਨ, ਇਹਦੇ ਵਿੱਚ ਮੈਂ ਕੋਈ ਵੀ ਆਪਸ਼ਨ ਨਹੀਂ ਬੋਲਣਾ, ਸਿਰਫ ਕੁਐਸਚਨ ਬੋਲਣੇ ਨੇ ਤੇ ਉਹਨਾਂ ਦੇ ਆਨਸਰ ਬੋਲਣੇ ਨੇ ਤਾਂ ਜੋ ਤੁਹਾਡਾ ਸਮਾਂ ਘੱਟ ਵੇਸਟ ਹੋਵੇ। ਚਲੋ ਸ਼ੁਰੂ ਕਰਦੇ ਹਾਂ ਜੀ। ਗ੍ਰਾਮ ਸਭਾ ਦਾ ਮੈਂਬਰ ਕੌਣ ਹੋ ਸਕਦਾ ਹੈ? ਉੱਤਰ ਹੈ ਪਿੰਡ ਦੇ ਸਾਰੇ ਵੋਟਰ। ਪੰਚਾਇਤ ਦੇ ਘੱਟ ਤੋਂ ਘੱਟ ਕਿੰਨੇ ਮੈਂਬਰ ਹੋ ਸਕਦੇ ਹਨ? ਉੱਤਰ ਹੈ 5। ਪੰਜਾਬ ਵਿੱਚ ਕੁੱਲ ਪੰਚਾਇਤਾਂ ਲਗਭਗ ਕਿੰਨੀਆਂ ਹਨ? ਉੱਤਰ ਹੈ 13,262। ਚੰਦਰਗੁਪਤ ਮੌਰੀਆ ਨੇ ਕਿਸ ਵੰਸ਼ ਦਾ ਖਾਤਮਾ ਕੀਤਾ? ਉੱਤਰ ਹੈ ਨੰਦ ਵੰਸ਼। ਮੈਗਸਥਨੀਜ਼ ਦੀ ਪੁਸਤਕ ਦਾ ਕੀ ਨਾਮ ਸੀ? ਉੱਤਰ ਹੈ ਇੰਡਿਕਾ। ਮੌਰੀਆ ਸਾਮਰਾਜ ਦਾ ਆਖਰੀ ਸਮਰਾਟ ਕੌਣ ਸੀ? ਉੱਤਰ ਹੈ ਬ੍ਰਹਦਰਥ। ਅਸ਼ੋਕ ਨੇ ਆਪਣੇ ਪੁੱਤਰ ਮਹਿੰਦਰ ਅਤੇ ਪੁੱਤਰੀ ਸੰਘਮਿਤਰਾ ਨੂੰ ਬੁੱਧ ਧਰਮ ਦੇ ਪ੍ਰਚਾਰ ਲਈ ਕਿਸ ਦੇਸ਼ ਵਿੱਚ ਭੇਜਿਆ ਸੀ? ਉੱਤਰ ਹੈ ਸ਼੍ਰੀਲੰਕਾ। ਸਾਂਚੀ ਦਾ ਸਤੂਪ ਕਿਸ ਪ੍ਰਦੇਸ਼ ਵਿੱਚ ਬਣਾਇਆ ਗਿਆ? ਉੱਤਰ ਹੈ ਜੀ ਮੱਧ ਪ੍ਰਦੇਸ਼। ਮਹਾਨ ਸ਼ਾਸਕ ਸਿਕੰਦਰ ਨੇ ਕਦੋਂ ਭਾਰਤ 'ਤੇ ਹਮਲਾ ਕੀਤਾ? ਉੱਤਰ ਹੈ 326 ਈਸਵੀ ਪੂਰਵ। ਅਸ਼ੋਕ ਮਹਾਨ ਕਦੋਂ ਰਾਜਾ ਬਣਿਆ? ਉੱਤਰ ਹੈ 273 ਈਸਵੀ ਪੂਰਵ। ਅਸ਼ੋਕ ਨੇ ਕਲਿੰਗ ਯੁੱਧ ਦੇ ਪਿੱਛੋਂ ਕਿਹੜਾ ਧਰਮ ਅਪਣਾਇਆ? ਉੱਤਰ ਹੈ ਬੁੱਧ ਧਰਮ। ਮੌਰੀਆ ਸਮਰਾਟਾਂ ਨੂੰ ਕਿਸ ਨਾਲ ਬਹੁਤ ਪਿਆਰ ਸੀ? ਉੱਤਰ ਹੈ ਕਲਾ ਨਾਲ। ਚੁਨਾਰ ਦੇ ਪੱਥਰ ਦੇ ਬਣੇ ਸਤੰਭ ਕਿੰਨੇ ਫੁੱਟ ਉੱਚੇ ਹਨ? ਉੱਤਰ ਹੈ ਜੀ 34 ਫੁੱਟ। ਸਿਕੰਦਰ ਅਤੇ ਪੋਰਸ ਦੀ ਲੜਾਈ ਕਦੋਂ ਹੋਈ? ਉੱਤਰ ਹੈ 326 ਈਸਵੀ ਪੂਰਵ। ਸਿਕੰਦਰ ਕਿਸ ਦੇਸ਼ ਨਾਲ ਸੰਬੰਧ ਰੱਖਦਾ ਸੀ? ਉੱਤਰ ਹੈ ਜੀ ਯੂਨਾਨ। ਸ਼ਾਂਤੀ ਦੇ ਸਤੂਪ ਵਿੱਚ ਕਿਸ ਦੇ ਅਵਸ਼ੇਸ਼ ਰੱਖੇ ਗਏ ਹਨ? ਉੱਤਰ ਹੈ ਮਹਾਤਮਾ ਬੁੱਧ। ਸਾਂਚੀ ਦਾ ਸਤੂਪ ਕਿਸ ਨੇ ਬਣਵਾਇਆ ਸੀ? ਉੱਤਰ ਹੈ ਜੀ ਸਮਰਾਟ ਅਸ਼ੋਕ। ਮੌਰੀਆ ਵੰਸ਼ ਦੇ ਸਮਰਾਟ ਅਸ਼ੋਕ ਨੇ ਭਿਕਸ਼ੂਆਂ ਅਤੇ ਨਿਰਗ੍ਰੰਥਾਂ ਲਈ ਕਿਸ ਦਾ ਨਿਰਮਾਣ ਕਰਵਾਇਆ? ਉੱਤਰ ਹੈ ਜੀ ਬਾਰਾਬਰ ਦੀ ਗੁਫਾ। ਮਹਾਤਮਾ ਬੁੱਧ ਨੇ ਪਹਿਲਾ ਉਪਦੇਸ਼ ਕਿਸ ਥਾਂ ਦਿੱਤਾ ਸੀ? ਉੱਤਰ ਹੈ ਜੀ ਸਾਰਨਾਥ। ਨੰਦ ਵੰਸ਼ ਦੇ ਰਾਜਾ ਧਨਾਨੰਦ ਨੇ ਕਿਸ ਦਾ ਘੋਰ ਅਪਮਾਨ ਕੀਤਾ ਸੀ? ਉੱਤਰ ਹੈ ਚਾਣਕਿਆ ਦਾ। ਯੂਨਾਨ ਦੇ ਰਾਜੇ ਸੈਲਿਊਕਸ ਨਿਕਾਤੋਰ ਦੇ ਰਾਜਦੂਤ ਦਾ ਕੀ ਨਾਮ ਸੀ ਜੋ ਚੰਦਰਗੁਪਤ ਮੌਰੀਆ ਦੇ ਦਰਬਾਰ ਵਿੱਚ ਆਇਆ ਸੀ ਤੇ ਉਸ ਦੀ ਲਿਖੀ ਪੁਸਤਕ ਕਿਹੜੀ ਸੀ? ਉੱਤਰ ਹੈ ਮੈਗਸਥਨੀਜ਼ ਇੰਡਿਕਾ। ਪੁਸਤਕ ਦਾ ਨਾਮ ਹੈ ਇੰਡਿਕਾ। ਬਿੰਬੀਸਾਰ ਕਿਸ ਪ੍ਰਦੇਸ਼ ਦਾ ਸ਼ਾਸਕ ਸੀ? ਉੱਤਰ ਹੈ ਮਗਧ। ਮਹਾਤਮਾ ਬੁੱਧ ਜੀ ਨੂੰ ਕਿਸ ਸਥਾਨ ਤੇ ਗਿਆਨ ਦੀ ਪ੍ਰਾਪਤੀ ਹੋਈ? ਉੱਤਰ ਹੈ ਬੋਧ ਗਿਆ। ਅਜਾਤ ਸ਼ਤਰੂ ਨੇ ਆਪਣੀ ਨਵੀਂ ਰਾਜਧਾਨੀ ਕਿਸ ਪ੍ਰਦੇਸ਼ ਨੂੰ ਬਣਾਇਆ? ਉੱਤਰ ਹੈ ਪਾਟਲੀਪੁੱਤਰ। ਭਗਵਾਨ ਮਹਾਵੀਰ ਸਵਾਮੀ ਜੀ ਨੂੰ ਕਿੰਨਵਾਂ ਤੀਰਥੰਕਰ ਹੋਣ ਦਾ ਗੌਰਵ ਪ੍ਰਾਪਤ ਹੋਇਆ? ਉੱਤਰ ਹੈ 24। ਮਹਾਵੀਰ ਸਵਾਮੀ ਜੀ ਨੂੰ ਨਿਰਵਾਣ ਕਿਸ ਥਾਂ ਤੇ ਪ੍ਰਾਪਤ ਹੋਇਆ? ਉੱਤਰ ਹੈ ਪਾਵਾਪੁਰੀ ਨਗਰ। ਮਹਾਤਮਾ ਬੁੱਧ ਦਾ ਜਨਮ ਕਿਸ ਥਾਂ ਤੇ ਹੋਇਆ? ਉੱਤਰ ਹੈ ਲੁੰਬਿਨੀ। ਜੈਨ ਧਰਮ ਦੇ ਕਿੰਨੇ ਤੀਰਥੰਕਰ ਹੋਏ ਸਨ? ਉੱਤਰ ਹੈ 24। ਸ਼ਿਸ਼ੂਨਾਗ ਨੇ ਹਰਿਅੰਕ ਵੰਸ਼ ਤੇ ਕਦੋਂ ਜਿੱਤ ਪ੍ਰਾਪਤ ਕੀਤੀ? ਉੱਤਰ ਹੈ 414 ਈਸਵੀ ਪੂਰਵ। ਜੈਨ ਧਰਮ ਕਿੰਨੇ ਸਿਧਾਂਤਾਂ ਵਿੱਚ ਵਿਸ਼ਵਾਸ ਰੱਖਦਾ ਹੈ? ਉੱਤਰ ਹੈ ਜੀ 5। ਗੌਤਮ ਬੁੱਧ ਨੂੰ ਕਿਸ ਦਰਖਤ ਦੇ ਹੇਠ ਤਪੱਸਿਆ ਕਰਦੇ ਗਿਆਨ ਦੀ ਪ੍ਰਾਪਤੀ ਹੋਈ? ਉੱਤਰ ਹੈ ਜੀ ਪਿੱਪਲ। ਜਨਪਦ ਕਾਲ ਦੇ 16 ਰਾਜਾਂ ਨੂੰ ਕਹਿੰਦੇ ਨੇ ਵਿੱਚੋਂ ਗਣਤੰਤਰੀ ਵਿਵਸਥਾ ਵਾਲਾ ਇੱਕ ਰਾਜ ਦਾ ਨਾਮ ਦੱਸੋ? ਉੱਤਰ ਹੈ ਵੈਸ਼ਾਲੀ। ਮਹਾਜਨਪਦ ਕਾਲ ਵਿੱਚ ਬਣੇ ਵਪਾਰੀਆਂ ਦੇ ਸਮੂਹ ਜੋ ਇੱਕੋ ਤਰ੍ਹਾਂ ਦੇ ਵਪਾਰ ਕਰਦੇ ਹੋਣ ਨੂੰ ਕੀ ਕਹਿੰਦੇ ਹਨ? ਉੱਤਰ ਹੈ ਜੀ ਸ਼੍ਰੇਣੀ। ਪੁਰਾਤਨ ਕਾਲ ਦੇ ਸਿੱਕੇ ਜਿਨ੍ਹਾਂ ਦਾ ਵਜ਼ਨ ਨਿਸ਼ਚਿਤ ਹੋਵੇ ਪਰ ਇਹਨਾਂ ਤੇ ਕੋਈ ਚਿੰਨ੍ਹ ਨਾ ਹੋਵੇ ਤੇ ਆਕਾਰ ਵੀ ਬਰਾਬਰ ਨਾ ਹੋਵੇ ਨੂੰ ਕੀ ਕਹਿੰਦੇ ਹਨ? ਉੱਤਰ ਹੈ ਆਹਤ ਜਾਂ ਠੱਪੇਦਾਰ ਸਿੱਕੇ। ਮਹਾਤਮਾ ਬੁੱਧ ਨੇ ਕਿੰਨੇ ਸਾਲ ਤਪੱਸਿਆ ਕੀਤੀ? ਉੱਤਰ ਹੈ ਜੀ 12 ਸਾਲ 6 ਮਹੀਨੇ 15 ਦਿਨ। ਸ਼ਕਤੀਸ਼ਾਲੀ ਰਾਜਿਆਂ ਨੂੰ ਕੀ ਕਿਹਾ ਜਾਂਦਾ ਸੀ? ਉੱਤਰ ਹੈ ਜੀ ਸਮਰਾਟ। ਵੈਦਿਕ ਕਾਲ ਵਿੱਚ ਗਣਿਤ ਦੀਆਂ ਕਿਹੜੀਆਂ ਸ਼ਾਖਾਵਾਂ ਉੱਨਤ ਸਨ? ਉੱਤਰ ਹੈ ਜੀ ਰੇਖਾ ਗਣਿਤ ਤੇ ਕੋਣਮਿਤੀ। ਵੈਦਿਕ ਕਾਲ ਵਿੱਚ ਰਾਜੇ ਦੇ ਸਲਾਹਕਾਰ ਨੂੰ ਕਿਸ ਨਾਂ ਨਾਲ ਪੁਕਾਰਿਆ ਜਾਂਦਾ ਸੀ? ਉੱਤਰ ਹੈ ਜੀ ਪ੍ਰੋਹਿਤ। ਵੈਦਿਕ ਕਾਲ ਵਿੱਚ ਕਿਸ ਨਦੀ ਨੂੰ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਸੀ? ਉੱਤਰ ਹੈ ਜੀ ਸਰਸਵਤੀ। ਵੈਦਿਕ ਕਾਲ ਵਿੱਚ ਅਮੀਰ ਲੋਕ ਖਾਸ ਉਤਸਵਾਂ ਦੇ ਮੌਕੇ ਕੀ ਪੀਂਦੇ ਸਨ? ਉੱਤਰ ਹੈ ਜੀ ਸੋਮਰਸ। ਵੈਦਿਕ ਸਭਿਅਤਾ ਦੇ ਲੋਕਾਂ ਨੂੰ ਆਮ ਤੌਰ 'ਤੇ ਕੀ ਕਿਹਾ ਜਾਂਦਾ ਸੀ? ਉੱਤਰ ਹੈ ਜੀ ਆਰੀਆ। ਸੰਸਾਰ ਦੀ ਸਭ ਤੋਂ ਪੁਰਾਣੀ ਪੁਸਤਕ ਕਿਹੜੀ ਹੈ? ਉੱਤਰ ਹੈ ਜੀ ਰਿਗਵੇਦ। ਪ੍ਰਾਚੀਨ ਕਾਲ ਵਿੱਚ ਸਮਾਜ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਹੋਇਆ ਸੀ? ਉੱਤਰ ਹੈ ਜੀ 4। ਸਮਾਜ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਸੀ? ਉੱਤਰ ਹੈ ਜੀ ਪਰਿਵਾਰ। ਦੋ ਮਹਾਨ ਮਹਾਂਕਾਵ ਕਿਤਾਬਾਂ ਦੇ ਨਾਂ ਦੱਸੋ? ਰਾਮਾਇਣ ਅਤੇ ਮਹਾਭਾਰਤ। ਵੈਦਿਕ ਕਾਲ ਵਿੱਚ ਵਪਾਰੀ ਕਿਸ ਵਰਗ ਨਾਲ ਸੰਬੰਧਿਤ ਸਨ? ਉੱਤਰ ਹੈ ਜੀ ਵੈਸ਼। ਪੁਰਾਤਨ ਪੁਸਤਕ ਜਿਸ ਵਿੱਚ ਜੜੀ ਬੂਟੀਆਂ ਨਾਲ ਬਿਮਾਰੀਆਂ ਦੇ ਇਲਾਜ ਬਾਰੇ ਦੱਸਿਆ ਗਿਆ? ਉੱਤਰ ਹੈ ਜੀ ਅਥਰਵੇਦ। ਵੈਦਿਕ ਕਾਲ ਵਿੱਚ ਸਤਲੁਜ ਨਦੀ ਦਾ ਕੀ ਨਾਂ ਸੀ? ਉੱਤਰ ਹੈ ਜੀ
ਸਤੁਦਰੀ। ਰਿਗਵੇਦ ਵਿੱਚ ਕਿਸ ਕਬੀਲੇ ਦਾ ਜ਼ਿਕਰ ਨਹੀਂ ਹੈ? ਉੱਤਰ ਹੈ ਜੀ ਕੁਰੂ। ਭਾਰਤ ਦੀ ਸਭ ਤੋਂ ਪੁਰਾਣੀ ਸਭਿਅਤਾ ਕਿਸ ਨਦੀ ਦੇ ਕੰਢੇ ਵਿਕਸਿਤ ਹੋਈ? ਉੱਤਰ ਹੈ ਜੀ ਸਿੰਧ ਨਦੀ। ਮਹਿੰਜੋਦੜੋ ਵਿੱਚ ਸਭ ਤੋਂ ਪ੍ਰਸਿੱਧ ਇਮਾਰਤ ਕਿਹੜੀ ਸੀ? ਉੱਤਰ ਹੈ ਜੀ ਇਸ਼ਨਾਨ ਘਰ। ਸਿੰਧ ਨਦੀ ਦੇ ਲੋਕਾਂ ਨੇ ਕਿਸ ਦੇਸ਼ ਨਾਲ ਵਪਾਰਕ ਸੰਬੰਧ ਸਨ? ਮੈਸੋਪੋਟਾਮੀਆ। ਅਗਲਾ ਪ੍ਰਸ਼ਨ ਹੈ ਜੀ ਨੀਲ ਨਦੀ ਦੀ ਘਾਟੀ ਕਿੱਥੇ ਸਥਿਤ ਸੀ? ਉੱਤਰ ਹੈ ਜੀ ਮਿਸਰ। ਸਿੰਧ ਘਾਟੀ ਦੀ ਸਭਿਅਤਾ ਦੀ ਲੋਥਲ ਬੰਦਰਗਾਹ ਕਿਸ ਰਾਜ ਵਿੱਚ ਸਥਿਤ ਸੀ? ਉੱਤਰ ਹੈ ਜੀ ਗੁਜਰਾਤ। ਯੂਨਾਨੀਆਂ ਨੂੰ ਕਪਾਹ ਦੀ ਜਾਣਕਾਰੀ ਕਿਸ ਦੇਸ਼ ਤੋਂ ਪ੍ਰਾਪਤ ਹੋਈ? ਉੱਤਰ ਹੈ ਜੀ ਭਾਰਤ। ਮਿਸਰ ਦੀ ਸਭਿਅਤਾ ਕਿਸ ਨਦੀ ਦੇ ਕੰਢੇ ਤੇ ਪ੍ਰਫੁੱਲਤ ਹੋਈ? ਉੱਤਰ ਹੈ ਜੀ ਨੀਲ ਨਦੀ ਦੀ ਘਾਟੀ। ਸਿੰਧ ਘਾਟੀ ਦੀ ਸਭਿਅਤਾ ਦਾ ਪਤਨ ਕਦੋਂ ਹੋਇਆ? ਉੱਤਰ ਹੈ ਜੀ 1500 ਈਸਵੀ ਪੂਰਵ। ਕਿਹੜੇ ਦਰਖਤ ਨੂੰ ਪਵਿੱਤਰ ਮੰਨਿਆ ਜਾਂਦਾ ਸੀ? ਉੱਤਰ ਹੈ ਜੀ ਪਿੱਪਲ। ਕਿਹੜੀ ਪੁਰਾਤਨ ਸਭਿਅਤਾ ਸਿੰਧ ਅਤੇ ਸਰਸਵਤੀ ਨਦੀ ਦੇ ਵਿਚਕਾਰ ਪ੍ਰਫੁੱਲਤ ਹੋਈ? ਉੱਤਰ ਹੈ ਜੀ ਸਿੰਧ ਘਾਟੀ ਸਭਿਅਤਾ। ਕੀ ਸਾਨੂੰ ਸਿੰਧ ਘਾਟੀ ਦੀ ਸਭਿਅਤਾ ਦੀ ਲਿਪੀ ਦਾ ਗਿਆਨ ਹੋਇਆ ਹੈ? ਉੱਤਰ ਹੈ ਜੀ ਨਹੀਂ। ਸਿੰਧ ਘਾਟੀ ਦੀ ਸਭਿਅਤਾ ਦੇ ਕਿਸ ਥਾਂ ਤੋਂ ਵਾਹੇ ਹੋਏ ਖੇਤਾਂ ਦਾ ਨਮੂਨਾ ਮਿਲਿਆ ਹੈ? ਉੱਤਰ ਹੈ ਜੀ ਕਾਲੀਬੰਗਨ। ਮਹਿੰਜੋਦੜੋ ਦੇ ਪੌੜੀਆਂ ਵਾਲੇ ਇਸ਼ਨਾਨ ਘਰ ਦਾ ਆਕਾਰ ਕੀ ਸੀ? ਉੱਤਰ ਹੈ ਜੀ 39 ਫੁੱਟ ਲੰਬਾ, 23 ਫੁੱਟ ਚੌੜਾ ਤੇ 8 ਫੁੱਟ ਡੂੰਘਾ। ਅੱਗ ਦੀ ਖੋਜ ਨਾਲ ਮਨੁੱਖ ਨੇ ਕੀ ਸਿੱਖਿਆ? ਉੱਤਰ ਹੈ ਜੀ ਅੱਗ ਬਾਲਣਾ, ਭੋਜਨ ਪਕਾਉਣਾ ਆਦਿ। ਮਨੁੱਖ ਨੇ ਨੁਕੀਲੇ ਪੱਥਰਾਂ ਅਤੇ ਰੰਗਾਂ ਦੀ ਸਹਾਇਤਾ ਨਾਲ ਕੀ ਬਣਾਇਆ ਸੀ? ਉੱਤਰ ਹੈ ਜੀ ਸ਼ਿਕਾਰ ਦੇ ਚਿੱਤਰ। ਮਨੁੱਖ ਨੇ ਖੇਤੀਬਾੜੀ ਕਰਨੀ ਕਿਸ ਯੁੱਗ ਵਿੱਚ ਸ਼ੁਰੂ ਕੀਤੀ? ਉੱਤਰ ਹੈ ਜੀ ਨਵੇਂ ਪੱਥਰ ਯੁੱਗ ਵਿੱਚ। ਧਰਤੀ ਤੇ ਮਨੁੱਖ ਦੀ ਹੋਂਦ ਕਦੋਂ ਹੋਈ? ਉੱਤਰ ਹੈ ਜੀ 40 ਲੱਖ ਸਾਲ ਪਹਿਲਾਂ। ਪੁਰਾਤਨ ਪੱਥਰ ਯੁੱਗ ਨੂੰ ਅੰਗਰੇਜ਼ੀ ਵਿੱਚ ਕੀ ਕਿਹਾ ਜਾਂਦਾ ਹੈ? ਉੱਤਰ ਹੈ ਜੀ ਪੈਲੀਆਲਿਥਿਕ ਪੀਰੀਅਡ। ਆਦਿ ਮਨੁੱਖ ਕਿਹੜੇ ਕੱਪੜੇ ਪਹਿਨਦਾ ਸੀ? ਉੱਤਰ ਹੈ ਜੀ ਦਰਖਤਾਂ ਦੇ ਪੱਤੇ। ਆਦਿ ਮਾਨਵ ਦਾ ਜੀਵਨ ਕਿਹੋ ਜਿਹਾ ਸੀ? ਉੱਤਰ ਹੈ ਜੀ ਜਾਨਵਰਾਂ ਵਰਗਾ। ਆਦਿ ਮਾਨਵ ਨੇ ਕਿਹੜੀ ਖੋਜ ਕੀਤੀ ਸੀ? ਉੱਤਰ ਹੈ ਜੀ ਅੱਗ ਤੇ ਪਹੀਏ ਦੀ। ਭੀਮ ਬੈਠਕਾ ਕਿਸ ਰਾਜ ਵਿੱਚ ਸਥਿਤ ਹੈ? ਉੱਤਰ ਹੈ ਜੀ ਮੱਧ ਪ੍ਰਦੇਸ਼। ਆਦਿ ਮਨੁੱਖ ਦੀ ਗੁਫਾ ਚਿੱਤਰਕਾਰੀ ਦਾ ਨਮੂਨਾ ਕਿੱਥੇ ਮਿਲਦਾ ਹੈ? ਉੱਤਰ ਹੈ ਜੀ ਭੀਮ ਬੈਠਕਾ। ਕਿਸ ਯੁੱਗ ਵਿੱਚ ਮਨੁੱਖ ਨੇ ਅਣਘੜੇ ਪੱਥਰਾਂ ਦੀ ਜਗ੍ਹਾ ਨੁਕੀਲੇ ਅਤੇ ਘੜੇ ਹੋਏ ਪੱਥਰਾਂ ਦੇ ਹਥਿਆਰ ਬਣਾਉਣੇ ਸਿੱਖ ਲਏ ਸਨ? ਉੱਤਰ ਹੈ ਜੀ ਮੱਧ ਪੱਥਰ ਯੁੱਗ ਵਿੱਚ। ਕਿਸ ਕਾਲ ਵਿੱਚ ਮਨੁੱਖ ਨੇ ਲੱਕੜੀ, ਬਾਂਸ, ਪੱਤਿਆਂ ਨਾਲ ਝੌਂਪੜੀਆਂ ਬਣਾ ਕੇ ਹੌਲੀ ਹੌਲੀ ਸਥਿਰ ਜੀਵਨ ਵਿੱਚ ਰਹਿਣਾ ਸਿੱਖਿਆ ਤੇ ਪਿੰਡ ਬਣਾਉਣੇ ਸ਼ੁਰੂ ਕਰ ਦਿੱਤੇ ਸਨ? ਉੱਤਰ ਹੈ ਜੀ ਨਵਾਂ ਪੱਥਰ ਯੁੱਗ। ਜੋ ਪੁਰਾਤਨ ਮਨੁੱਖ ਸ਼ਿਕਾਰ ਕਰਦਾ ਸੀ, ਦਰਖਤਾਂ ਦੇ ਫਲ ਆਦਿ ਇਕੱਠੇ ਕਰਕੇ ਗੁਜ਼ਾਰਾ ਕਰਦਾ ਸੀ, ਉਸ ਨੂੰ ਕੀ ਆਖਦੇ ਸਨ? ਸ਼ਿਕਾਰੀ ਅਤੇ ਭੋਜਨ ਸੰਗ੍ਰਹਿਕ ਮਨੁੱਖ। ਇਤਿਹਾਸ ਕਿਸ ਕਾਲ ਦਾ ਵੇਰਵਾ ਹੈ? ਉੱਤਰ ਹੈ ਜੀ ਭੂਤਕਾਲ। ਇਤਿਹਾਸ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ? ਉੱਤਰ ਹੈ ਜੀ ਯੂਨਾਨੀ। ਪ੍ਰਾਚੀਨ ਕਾਲ ਦੇ ਨਿਯਮਾਂ ਅਤੇ ਕਾਨੂੰਨਾਂ ਬਾਰੇ ਲਿਖੀਆਂ ਪੁਸਤਕਾਂ ਨੂੰ ਕੀ ਕਿਹਾ ਜਾਂਦਾ ਹੈ? ਉੱਤਰ ਹੈ ਜੀ ਧਾਰਮਿਕ ਸ਼ਾਸਤਰ। ਕੌਟਲਿਆ ਨੇ ਕਿਹੜੀ ਪੁਸਤਕ ਲਿਖੀ? ਉੱਤਰ ਹੈ ਜੀ ਅਰਥ ਸ਼ਾਸਤਰ। ਸ਼ਿਲਾਲੇਖ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ? ਉੱਤਰ ਹੈ ਜੀ ਪੁਰਾਲੇਖ ਵਿਦਿਆ। ਪ੍ਰਾਚੀਨ ਕਾਲ ਵਿੱਚ ਮਨੁੱਖ ਕਿੱਥੇ ਰਹਿੰਦਾ ਸੀ? ਉੱਤਰ ਹੈ ਜੀ ਗੁਫਾਵਾਂ ਵਿੱਚ। ਮਨੁੱਖੀ ਜੀਵਨ ਦੇ ਲੰਬੇ ਕਾਲ ਨੂੰ ਕਿੰਨੇ ਕਾਲਾਂ ਵਿੱਚ ਵੰਡਿਆ ਗਿਆ? ਉੱਤਰ ਹੈ ਜੀ 2। ਪ੍ਰਾਚੀਨ ਕਾਲ ਵਿੱਚ ਭੂਮੀ ਨੂੰ ਖਰੀਦਣ ਅਤੇ ਵੇਚਣ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਸੀ? ਉੱਤਰ ਹੈ ਤਾਮਰ ਪੱਤਰਾਂ ਦੀ। ਰਾਮਾਇਣ ਦੀ ਰਚਨਾ ਕਿਸ ਨੇ ਕੀਤੀ? ਉੱਤਰ ਹੈ ਜੀ ਰਿਸ਼ੀ ਵਾਲਮੀਕ ਜੀ ਨੇ। ਇਤਿਹਾਸ ਦਾ ਪਿਤਾਮਾ ਕਿੱਥੋਂ ਦਾ ਰਹਿਣ ਵਾਲਾ ਸੀ? ਉੱਤਰ ਹੈ ਯੂਨਾਨ। ਇਤਿਹਾਸ ਦਾ ਪਿਤਾਮਾ ਕੌਣ ਸੀ? ਉੱਤਰ ਹੈ ਜੀ ਹੈਰੋਡੋਟਸ। ਪੁਰਾਤਨ ਕਾਲ ਵਿੱਚ ਭਾਰਤ ਦੇ 2 ਮਹਾਨ ਵਿਗਿਆਨੀ ਕਿਹੜੇ ਸਨ? ਉੱਤਰ ਹੈ ਜੀ ਆਰੀਆਭੱਟ, ਵਰਾਹਮਿਹਿਰ। ਪ੍ਰਾਚੀਨ ਸਮੇਂ ਦੇ ਪੱਥਰਾਂ ਤੇ ਉੱਕਰੇ ਸੰਦੇਸ਼ਾਂ ਨੂੰ ਕੀ ਆਖਦੇ ਸਨ? ਉੱਤਰ ਹੈ ਜੀ ਸ਼ਿਲਾਲੇਖ। ਵਿਸ਼ਵ ਨਕਸ਼ਾ ਧਰਤੀ ਦਾ ਕਿਸ ਤਰ੍ਹਾਂ ਦਾ ਮਾਡਲ ਹੈ? ਜਿਹੜਾ ਨਕਸ਼ਾ ਹੈ ਉਹ 2 ਪਾਸੀ ਮਾਡਲ ਹੈ ਜੀ। ਗਲੋਬ ਧਰਤੀ ਦਾ ਬਿਲਕੁਲ ਸਹੀ ਮਾਡਲ ਹੈ। ਇਹ ਕਿੰਨੇ ਪਾਸੀ ਹੈ? 3 ਪਾਸੀ। ਕਿਹੜੀ ਕਲਪਿਤ ਰੇਖਾ ਧਰਤੀ ਨੂੰ 2 ਭਾਗਾਂ ਵਿੱਚ ਵੰਡਦੀ ਹੈ? ਉੱਤਰ ਹੈ ਜੀ ਭੂਮੱਧ ਰੇਖਾ। 1 ਡਿਗਰੀ ਅਕਸ਼ਾਂਸ਼ ਯਾਨੀ ਕਿ ਲੈਟੀਟਿਊਡ ਕਿੰਨੇ ਕਿਲੋਮੀਟਰ ਦੇ ਬਰਾਬਰ ਹੁੰਦਾ ਹੈ? ਉੱਤਰ ਹੈ ਜੀ 111 ਕਿਲੋਮੀਟਰ। ਅਗਲਾ ਪ੍ਰਸ਼ਨ ਹੈ ਜੇਕਰ ਤੁਸੀਂ ਭੂਮੱਧ ਰੇਖਾ ਤੋਂ 4 ਡਿਗਰੀ ਉੱਤਰ ਤੇ ਰਹਿੰਦੇ ਹੋ ਤਾਂ ਤੁਸੀਂ ਭੂਮੱਧ ਰੇਖਾ ਤੋਂ ਕਿੰਨੇ ਦੂਰ ਹੋ? ਉੱਤਰ ਹੈ ਜੀ 444 ਕਿਲੋਮੀਟਰ। 111 ਨੂੰ ਤੁਸੀਂ 4 ਨਾਲ ਮਲਟੀਪਲਾਈ ਕਰ ਦਿਓ ਤੇ 444 ਕਿਲੋਮੀਟਰ ਆ ਜਾਏਗਾ। ਕਿਸ ਦੀ ਸਹਾਇਤਾ ਨਾਲ ਅਸੀਂ ਕਿਸੇ ਸਥਾਨ ਦਾ ਸਥਾਨਕ ਸਮਾਂ ਕੱਢ ਸਕਦੇ ਹਾਂ? ਉੱਤਰ ਹੈ ਜੀ ਦੇਸ਼ਾਂਤਰ ਰੇਖਾਵਾਂ ਜਿਹਨੂੰ ਲੌਂਗੀਟਿਊਡ ਲਾਈਨ ਆਖਦੇ ਹਾਂ। 0 ਡਿਗਰੀ ਤੋਂ 23 ਡਿਗਰੀ 0 ਡਿਗਰੀ ਤੋਂ 23 ਡਿਗਰੀ 0 ਡਿਗਰੀ ਤੋਂ 23.5 ਡਿਗਰੀ ਦੱਖਣ ਵੱਲ ਖਿੱਚੇ ਅਕਸ਼ਾਂਸ਼ ਨੂੰ ਕਿਹੜੀ ਰੇਖਾ ਆਖਦੇ ਹਨ? ਉੱਤਰ ਹੈ ਜੀ ਮਕਰ ਰੇਖਾ। ਗਲੋਬ ਉੱਪਰ ਲੰਬਕਾਰ ਦੀਆਂ ਕੁੱਲ ਕਿੰਨੀਆਂ ਗਲੋਬ ਉੱਪਰ ਲੰਬਕਾਰ ਦੀ ਕੁੱਲ ਗਿਣਤੀ ਕਿੰਨੀ ਹੈ? ਉੱਤਰ ਹੈ ਜੀ 360। ਆਸਟ੍ਰੇਲੀਆ ਦੇ ਵਿਚਕਾਰੋਂ ਕਿਹੜੀ ਅਕਸ਼ਾਂਸ਼ ਰੇਖਾ ਗੁਜ਼ਰਦੀ ਹੈ? ਉੱਤਰ ਹੈ ਜੀ ਮਕਰ ਰੇਖਾ। ਪੂਰਬ ਵੱਲ ਦੇ ਦੇਸ਼ਾਂਤਰਾਂ ਦੇ ਨਾਲ ਕੀ ਲਿਖਿਆ ਜਾਂਦਾ ਹੈ? ਉੱਤਰ ਹੈ ਜੀ ਪੂਰਬ। ਗਲੋਬ ਦਾ ਸਭ ਤੋਂ ਵੱਡਾ ਚੱਕਰ ਕਿਹੜਾ ਹੈ? ਉੱਤਰ ਹੈ ਜੀ ਭੂਮੱਧ ਰੇਖਾ। ਗ੍ਰੀਨਵਿਚ ਦੇ ਪੂਰਬ ਵਿੱਚ ਸਥਿਤ
ਦੇਸ਼ਾਂ ਦਾ ਸਮਾਂ ਹਰ ਇੱਕ ਡਿਗਰੀ ਦੇਸ਼ਾਂਤਰ ਦੇ ਹਿਸਾਬ ਨਾਲ ਕਿੰਨੇ ਮਿੰਟ ਅੱਗੇ ਹੁੰਦਾ ਹੈ? ਉੱਤਰ ਹੈ ਜੀ 4 ਮਿੰਟ। ਭਾਰਤ ਦਾ ਸਮਾਂ ਇੰਗਲੈਂਡ ਦੇ ਸਮੇਂ ਤੋਂ ਕਿੰਨਾ ਅੱਗੇ ਹੈ? ਉੱਤਰ ਹੈ ਜੀ 5.5 ਘੰਟੇ। ਭੂਮੱਧ ਰੇਖਾ ਤੋਂ ਧਰੁਵਾਂ ਵੱਲ ਜਾਣ ਤੇ ਸੂਰਜੀ ਤਾਪ ਤੀਖਣਤਾ ਕੀ ਕਰੇਗੀ? ਉੱਤਰ ਹੈ ਜੀ ਘਟੇਗੀ। ਉੱਤਰੀ ਅਰਧ ਗੋਲੇ ਵਿੱਚ ਕਰਕ ਰੇਖਾ ਤੇ ਆਰਕਟਿਕ ਚੱਕਰ ਵਿਚਲੀ ਤਾਪ ਖੰਡ ਪੱਟੀ ਨੂੰ ਕੀ ਆਖਦੇ ਹਨ? ਉੱਤਰ ਹੈ ਜੀ ਸ਼ਮਸ਼ੀਤ ਖੰਡ। ਦੱਖਣੀ ਅਰਧ ਗੋਲੇ ਵਿੱਚ ਮਕਰ ਰੇਖਾ ਤੇ ਅੰਟਾਰਕਟਿਕ ਚੱਕਰ ਵਿਚਲੀ ਤਾਪ ਖੰਡ ਪੱਟੀ ਨੂੰ ਕੀ ਆਖਦੇ ਹਨ? ਉੱਤਰ ਹੈ ਜੀ ਸ਼ਮਸ਼ੀਤ ਖੰਡ। ਸੇਮ ਹੀ ਆਖਦੇ ਨੇ। ਗਲੋਬ ਤੇ ਬਣੇ ਅਕਸ਼ਾਂਸ਼ ਤੇ ਦਿਸ਼ਾਂਤਰ ਦੇ ਜਾਲ ਨੂੰ ਕੀ ਆਖਦੇ ਹਨ? ਉੱਤਰ ਹੈ ਜੀ ਗ੍ਰਿਡ। ਭਾਰਤ ਦੇ ਲਗਭਗ ਮੱਧ ਵਿੱਚੋਂ ਕਿਹੜੀ ਰੇਖਾ ਲੰਘਦੀ ਹੈ? ਉੱਤਰ ਹੈ ਜੀ ਕਰਕ ਰੇਖਾ। ਦਿਨ ਅਤੇ ਰਾਤ ਕਿਸ ਗਤੀ ਕਾਰਨ ਬਣਦੇ ਹਨ? ਉੱਤਰ ਹੈ ਜੀ ਦੈਨਿਕ ਗਤੀ। ਅਗਲਾ ਲੀਪ ਦਾ ਸਾਲ ਕਿਹੜਾ ਹੋਵੇਗਾ? ਉੱਤਰ ਹੈ ਜੀ 2024। ਸਾਰੇ ਸੰਸਾਰ ਵਿੱਚ ਦਿਨ ਅਤੇ ਰਾਤ ਦੀ ਲੰਬਾਈ ਕਿਸ ਦਿਨ ਬਰਾਬਰ ਹੁੰਦੀ ਹੈ? ਉੱਤਰ ਹੈ ਜੀ 21 ਮਾਰਚ ਅਤੇ 23 ਸਤੰਬਰ ਨੂੰ। 21 ਮਾਰਚ ਨੂੰ ਸੂਰਜ ਦੀਆਂ ਕਿਰਨਾਂ ਕਿਸ ਕਲਪਿਤ ਰੇਖਾ ਤੇ ਸਿੱਧੀਆਂ ਪੈਂਦੀਆਂ ਹਨ? ਉੱਤਰ ਹੈ ਜੀ ਕਰਕ ਰੇਖਾ। 21 ਜੂਨ ਨੂੰ ਸੂਰਜ ਕਰਕ ਰੇਖਾ ਤੇ ਸਿੱਧਾ ਚਮਕਦਾ ਹੈ, ਜਿਸ ਨੂੰ ਆਖਦੇ ਹਨ ਊਸ਼ਣ ਅਯਨਾਂਤ। ਧਰਤੀ ਦੀ ਕਿਹੜੀ ਗਤੀ ਦੇ ਕਰਕੇ ਹਵਾਵਾਂ ਚੱਲਣ ਵੇਲੇ ਆਪਣੇ ਸੱਜੇ ਜਾਂ ਖੱਬੇ ਪਾਸੇ ਵੱਲ ਝੁਕਦੀਆਂ ਹਨ? ਉੱਤਰ ਹੈ ਜੀ ਦੈਨਿਕ ਗਤੀ। ਧਰਤੀ ਸੂਰਜ ਦੁਆਲੇ ਕਿਸ ਦਿਸ਼ਾ ਤੋਂ ਕਿਹੜੀ ਦਿਸ਼ਾ ਵੱਲ ਘੁੰਮਦੀ ਹੈ? ਉੱਤਰ ਹੈ ਜੀ ਪੱਛਮ ਤੋਂ ਪੂਰਬ। ਭੂਮੱਧ ਰੇਖਾ ਤੋਂ ਉੱਤਰ ਜਾਂ ਦੱਖਣ ਵੱਲ ਜਾਈਏ ਤਾਂ ਦਿਨ ਅਤੇ ਰਾਤ ਤੇ ਕੀ ਪ੍ਰਭਾਵ ਪਵੇਗਾ? ਉੱਤਰ ਹੈ ਜੀ ਦਿਨ ਅਤੇ ਰਾਤ ਦੀ ਲੰਬਾਈ ਦਾ ਅੰਤਰ ਵਧੇਗਾ। ਕਿਸ ਦਿਨ ਧਰਤੀ ਦਾ ਕੋਈ ਵੀ ਧਰੁਵ ਸੂਰਜ ਵੱਲ ਝੁਕਿਆ ਨਹੀਂ ਹੁੰਦਾ? ਉੱਤਰ ਹੈ ਜੀ ਜਿਸ ਨੂੰ ਵਿਸੂਵੀ ਆਖਦੇ ਹਨ। ਕਿਸ ਦਿਨ ਧਰਤੀ ਦਾ ਕੋਈ ਵੀ ਧਰੁਵ ਸੂਰਜ ਵੱਲ ਝੁਕਿਆ ਨਹੀਂ ਹੁੰਦਾ ਅਤੇ ਜਿਸ ਨੂੰ ਵਿਸੂਵੀ ਆਖਦੇ ਹਨ? ਉੱਤਰ ਹੈ ਜੀ 21 ਮਾਰਚ ਅਤੇ 23 ਸਤੰਬਰ। ਵਸੂਵੀ ਵਾਲੇ ਦਿਨਾਂ ਨੂੰ ਦਿਨ ਅਤੇ ਰਾਤ ਦੀ ਲੰਬਾਈ ਕੀ ਹੁੰਦੀ ਹੈ? ਉੱਤਰ ਹੈ ਜੀ ਬਰਾਬਰ। ਰੁੱਤਾਂ ਦੀ ਤਬਦੀਲੀ ਕਿਸ ਗਤੀ ਕਾਰਨ ਆਉਂਦੀ ਹੈ? ਉੱਤਰ ਹੈ ਵਾਰਸ਼ਿਕ ਗਤੀ। ਕਿਸ ਰੇਖਾ ਤੇ ਮੌਸਮ ਇੱਕੋ ਜਿਹਾ ਰਹਿੰਦਾ ਹੈ ਤੇ ਉਸ ਨੂੰ ਕੀ ਆਖਦੇ ਹਨ? ਉੱਤਰ ਹੈ ਜੀ ਭੂਮੱਧ ਰੇਖਾ। ਤੇ ਭੂਮੱਧ ਰੇਖਾ ਦੇ ਮੌਸਮ ਨੂੰ ਕਹਿੰਦੇ ਨੇ ਲੰਮੀ ਗਰਮੀ ਰੁੱਤ। ਕਿਹੜਾ ਗ੍ਰਹਿ ਸੂਰਜ ਦੇ ਸਭ ਤੋਂ ਨੇੜੇ ਹੈ? ਉੱਤਰ ਹੈ ਬੁੱਧ। ਪ੍ਰਿਥਵੀ ਨੂੰ ਸੂਰਜ ਦੇ ਦੁਆਲੇ ਪਰਿਕਰਮਾ ਕਰਨ ਵਿੱਚ ਕਿੰਨਾ ਸਮਾਂ ਲੱਗਦਾ ਹੈ? ਉੱਤਰ ਹੈ 365 ਦਿਨ ਤੇ 6 ਘੰਟੇ। ਜਦੋਂ ਧਰਤੀ ਸੂਰਜ ਅਤੇ ਚੰਨ ਦੇ ਵਿਚਕਾਰ ਹੁੰਦੀ ਹੈ ਤਾਂ ਕੀ ਹੁੰਦਾ ਹੈ? ਉੱਤਰ ਹੈ ਜੀ ਚੰਨ ਗ੍ਰਹਿਣ। ਚੰਨ ਪ੍ਰਿਥਵੀ ਦੀ ਪਰਿਕਰਮਾ ਕਿੰਨੇ ਦਿਨਾਂ ਵਿੱਚ ਪੂਰੀ ਕਰਦਾ ਹੈ? ਉੱਤਰ ਹੈ 27 ਦਿਨ। ਚੰਨ ਦੀ ਧਰਤੀ ਤੋਂ ਕਿੰਨੀ ਦੂਰੀ ਹੈ? ਉੱਤਰ ਹੈ 3,84,400 ਕਿਲੋਮੀਟਰ। ਚੰਨ ਦੀ ਸਤ੍ਹਾ ਉੱਤੇ ਕਦਮ ਰੱਖਣ ਵਾਲਾ ਪਹਿਲਾ ਪੁਲਾੜ ਯਾਤਰੀ ਕੌਣ ਸੀ? ਉੱਤਰ ਹੈ ਨੀਲ ਆਰਮਸਟਰਾਂਗ। ਸੌਰ ਮੰਡਲ ਦਾ ਸਭ ਤੋਂ ਗਰਮ ਅਤੇ ਚਮਕੀਲਾ ਗ੍ਰਹਿ ਕਿਹੜਾ ਹੈ? ਉੱਤਰ ਹੈ ਜੀ ਸ਼ੁੱਕਰ। ਹੈਲੇ ਦਾ ਪੁਸ਼ਲ ਤਾਰਾ ਕਿੰਨੇ ਸਾਲਾਂ ਬਾਅਦ ਦਿਖਾਈ ਦਿੰਦਾ ਹੈ? ਉੱਤਰ ਹੈ ਜੀ 75 ਤੋਂ 76 ਸਾਲ। ਅਗਲਾ ਪ੍ਰਸ਼ਨ ਹੈ ਧਰਤੀ ਦਾ ਘੇਰਾ ਕਿੰਨਾ ਹੈ? ਉੱਤਰ ਹੈ ਜੀ ਲਗਭਗ 40,000 ਕਿਲੋਮੀਟਰ। ਪ੍ਰਕਾਸ਼ ਇੱਕ ਸਾਲ ਵਿੱਚ ਜੋ ਦੂਰੀ ਤੈਅ ਕਰਦਾ ਹੈ ਉਸ ਨੂੰ ਆਖਦੇ ਹਨ? ਉੱਤਰ ਹੈ ਜੀ ਪ੍ਰਕਾਸ਼ ਸਾਲ। ਪ੍ਰਕਾਸ਼ ਇੱਕ ਸੈਕਿੰਡ ਵਿੱਚ ਕਿੰਨੀ ਦੂਰੀ ਤੈਅ ਕਰਦਾ ਹੈ? ਉੱਤਰ ਹੈ ਜੀ 3 ਲੱਖ ਕਿਲੋਮੀਟਰ। ਸੌਰ ਮੰਡਲ ਦੇ 8 ਗ੍ਰਹਿਾਂ ਦੇ ਨਾਮ ਕਿਹੜੇ ਦੇਵੀ ਦੇਵਤਿਆਂ ਦੇ ਨਾਲ ਸੰਬੰਧਿਤ ਹਨ? ਉੱਤਰ ਹੈ ਜੀ ਯੂਨਾਨੀ। ਧਰਤੀ ਸੂਰਜ ਤੋਂ ਲਗਭਗ ਕਿੰਨੀ ਦੂਰੀ ਤੇ ਹੈ? ਉੱਤਰ ਹੈ ਜੀ 15 ਕਰੋੜ ਕਿਲੋਮੀਟਰ। ਬੁੱਧ ਸੂਰਜ ਦੀ ਪਰਿਕਰਮਾ ਕਿੰਨੇ ਦਿਨਾਂ ਵਿੱਚ ਕਰਦਾ ਹੈ? ਉੱਤਰ ਹੈ ਜੀ 88 ਦਿਨ। ਹੈਲੇ ਦਾ ਪੁਸ਼ਲ ਤਾਰੇ ਦਾ ਨਾਂ ਕਿਸ ਦੇਸ਼ ਦੇ ਵਿਗਿਆਨੀ ਐਲਮੰਡ ਹੈਲੇ ਦੇ ਨਾਂ ਤੇ ਰੱਖਿਆ ਗਿਆ ਹੈ? ਉੱਤਰ ਹੈ ਜੀ ਇੰਗਲੈਂਡ। ਧਰਤੀ ਥੋੜੀ ਚਪਟੀ ਹੈ, ਇਸ ਦਾ ਵਿਆਸ ਭੂਮੱਧ ਰੇਖਾ ਤੇ ਕਿੰਨਾ ਹੈ? ਉੱਤਰ ਹੈ ਜੀ 12,752 ਕਿਲੋਮੀਟਰ। ਧਰੁਵਾਂ ਤੇ ਇਸ ਦਾ ਵਿਆਸ ਕਿੰਨਾ ਹੈ? ਉੱਤਰ ਹੈ ਜੀ 12,712 ਕਿਲੋਮੀਟਰ। ਬੱਦਲ ਅਤੇ ਬਿਜਲੀ ਚਮਕਣਾ ਧਰਤੀ ਦੇ ਵਾਯੂਮੰਡਲ ਦੀ ਕਿਸ ਪਰਤ ਵਿੱਚ ਹੁੰਦਾ ਹੈ? ਉੱਤਰ ਹੈ ਜੀ ਅਸ਼ਾਂਤੀ ਮੰਡਲ। ਧਰਤੀ ਦੀ ਕਿਸ ਪਰਤ ਵਿੱਚ ਸਭ ਤੋਂ ਵੱਧ ਨਿੱਕਲ ਪਾਈ ਜਾਂਦੀ ਹੈ? ਉੱਤਰ ਹੈ ਜੀ ਨਾਈਫ। ਵਾਤਾਵਰਣ ਦਿਵਸ ਕਦੋਂ ਮਨਾਇਆ ਜਾਂਦਾ ਹੈ? ਉੱਤਰ ਹੈ ਜੀ 5 ਜੂਨ। ਧਰਤੀ ਦਾ ਵਾਯੂਮੰਡਲ ਲਗਭਗ 99% ਹਵਾ ਕਿੰਨੇ ਕਿਲੋਮੀਟਰ ਦੇ ਘੇਰੇ ਵਿੱਚ ਹੈ? ਉੱਤਰ ਹੈ ਜੀ 32 ਕਿਲੋਮੀਟਰ। ਧਰਤੀ ਦੀ ਉੱਪਰਲੀ ਪਰਤ ਸਿਆਲ ਵਿੱਚ ਕਿਹੜੇ ਤੱਤ ਪਾਏ ਜਾਂਦੇ ਹਨ? ਉੱਤਰ ਹੈ ਜੀ ਸਿਲੀਕਾਨ ਤੇ ਐਲੂਮੀਨੀਅਮ। ਸੂਰਜ ਦੇ ਕਿਹੜੇ ਗ੍ਰਹਿ ਉੱਪਰ ਵਾਯੂਮੰਡਲ ਨਹੀਂ ਹੈ? ਉੱਤਰ ਹੈ ਜੀ ਬੁੱਧ। ਗੁਜਰਾਤ ਦੀ ਕਾਲੀ ਮਿੱਟੀ ਕਿਸ ਫਸਲ ਲਈ ਫਾਇਦੇਮੰਦ ਹੈ? ਉੱਤਰ ਹੈ ਜੀ ਕਪਾਹ। ਸਟੀਲ ਬਣਾਉਣ ਲਈ ਵਰਤੇ ਜਾਂਦੇ ਇੱਕ ਖਣਿਜ ਪਦਾਰਥ ਦਾ ਨਾਂ ਦੱਸੋ? ਉੱਤਰ ਹੈ ਜੀ ਮੈਗਨੀਜ਼। ਬਲੀਚਿੰਗ ਪਾਊਡਰ, ਕੀੜੇਮਾਰ ਦਵਾਈਆਂ, ਰੰਗ ਰੋਗਨ ਤੇ ਸ਼ੀਸ਼ਾ ਬਣਾਉਣ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ? ਉੱਤਰ ਹੈ ਜੀ ਅਬਰਕ। ਫਿਊਜੀ ਜਾਮਾ ਪਹਾੜ ਕਿਸ ਦੇਸ਼ ਵਿੱਚ ਹੈ? ਉੱਤਰ ਹੈ ਜੀ ਜਾਪਾਨ। ਤਰਲ ਸੋਨਾ ਕਿਸ ਨੂੰ ਆਖਦੇ ਹਨ? ਉੱਤਰ ਹੈ ਜੀ ਪੈਟਰੋਲੀਅਮ। ਸੰਸਾਰ ਦਾ ਸਭ ਤੋਂ ਵੱਧ ਤਾਂਬਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ? ਉੱਤਰ ਹੈ ਜੀ ਇੰਗਲੈਂਡ। ਧਰਤੀ ਦੀਆਂ ਪਰਤਾਂ ਦੇ ਨਾਂ ਦੱਸੋ? ਉੱਤਰ ਹੈ ਜੀ ਚਾਪੜ, ਮੈਂਟਲ, ਕੋਰ।
ਧਰਤੀ ਦੇ ਕੇਂਦਰੀ ਭਾਗ ਦੀ ਮੋਟਾਈ ਕਿੰਨੀ ਹੈ? ਉੱਤਰ ਹੈ ਜੀ 3470 ਕਿਲੋਮੀਟਰ। ਨਦੀਆਂ ਦੁਆਰਾ ਲਿਆਂਦੀ ਗਈ ਬਰੀਕ ਗਾਦ ਮਿੱਟੀ ਜੋ ਉਪਜਾਊ ਹੈ ਨੂੰ ਕੀ ਆਖਦੇ ਹਨ? ਉੱਤਰ ਹੈ ਜੀ ਜਲੌੜ ਮਿੱਟੀ। ਕਿਹੜੀ ਮਿੱਟੀ ਬਹੁਤੀ ਉਪਜਾਊ ਨਹੀਂ ਪਰ ਇਸ ਵਿੱਚ ਖਣਿਜ ਪਦਾਰਥ ਬਹੁਤ ਮਿਲਦੇ ਹਨ? ਉੱਤਰ ਹੈ ਜੀ ਲਾਲ ਮਿੱਟੀ। ਮੈਗਮਾ ਦੇ ਧਰਤੀ ਦੇ ਅੰਦਰ ਹੀ ਠੰਡਾ ਹੋਣ ਤੇ ਕਿਹੜੀਆਂ ਚਟਾਨਾਂ ਦਾ ਨਿਰਮਾਣ ਹੋਇਆ? ਉੱਤਰ ਹੈ ਜੀ ਪਤਾਲੀ ਅਗਨੀ ਚਟਾਨਾਂ ਦਾ। ਉੱਤਰੀ ਮੈਦਾਨ ਦਾ ਨਿਰਮਾਣ ਕਿਸ ਨਦੀ ਅਤੇ ਉਸ ਦੀਆਂ ਸਹਾਇਕ ਨਦੀਆਂ ਦੁਆਰਾ ਪਰਬਤਾਂ ਤੋਂ ਲਿਆਂਦੀ ਗਈ ਮਿੱਟੀ ਤੋਂ ਬਣਿਆ? ਉੱਤਰ ਹੈ ਜੀ ਗੰਗਾ। ਕਿਹੜੀ ਮਿੱਟੀ ਦਾ ਨਿਰਮਾਣ ਅਗਨੀ ਚਟਾਨਾਂ ਤੋਂ ਹੋਇਆ ਤੇ ਇਹਨਾਂ ਵਿੱਚ ਲੋਹ ਆਕਸਾਈਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ? ਉੱਤਰ ਹੈ ਜੀ ਲਾਲ ਮਿੱਟੀ। ਡਾਕਟਰੀ ਥਰਮਾਮੀਟਰ ਦੀ ਸਕੇਲ ਕਿਹੜੀ ਹੈ? ਉੱਤਰ ਹੈ ਜੀ ਫਾਰਨਹੀਟ। ਹਵਾ ਵਿੱਚ ਸਭ ਤੋਂ ਘੱਟ ਮਾਤਰਾ ਕਿਸ ਗੈਸ ਦੀ ਹੈ? ਉੱਤਰ ਹੈ ਜੀ ਆਰਗਨ। ਵਾਯੂਮੰਡਲ ਦਾ ਕਿਹੜਾ ਭਾਗ ਹਵਾਈ ਜਹਾਜ਼ਾਂ ਦੀ ਉਡਾਨ ਲਈ ਬਹੁਤ ਯੋਗ ਹੈ? ਉੱਤਰ ਹੈ ਜੀ ਸਮਤਾਪ ਮੰਡਲ। ਧੂਆਂ ਅਤੇ ਧੁੰਦ ਮਿਲ ਕੇ ਕੀ ਬਣਾਉਂਦੇ ਹਨ? ਉੱਤਰ ਹੈ ਜੀ ਸਮੋਗ। ਵਾਤਾਵਰਣ ਵਿੱਚ 99% ਮਾਤਰਾ ਕਿਹੜੀਆਂ ਗੈਸਾਂ ਦੀ ਹੈ? ਉੱਤਰ ਹੈ ਜੀ ਨਾਈਟ੍ਰੋਜਨ ਅਤੇ ਆਕਸੀਜਨ। ਰੇਡੀਓ, ਟੈਲੀਵਿਜ਼ਨ ਅਤੇ ਮੋਬਾਈਲ ਦੀ ਵਰਤੋਂ ਧਰਤੀ ਦੇ ਵਾਯੂਮੰਡਲ ਦੇ ਕਿਸ ਮੰਡਲ ਵਿੱਚ ਮੌਜੂਦ ਬਿਜਲਈ ਅਣੂਆਂ ਕਾਰਨ ਸੰਭਵ ਹੋਈ? ਉੱਤਰ ਹੈ ਜੀ ਤਾਪ ਮੰਡਲ, ਜਿਸ ਨੂੰ ਆਇਨ ਮੰਡਲ ਵੀ ਕਹਿੰਦੇ ਨੇ। ਅੱਗੇ ਹੈ ਜੀ ਗਲੋਬਲ ਵਾਰਮਿੰਗ ਕਿਸ ਗੈਸ ਦੇ ਵਧਣ ਕਾਰਨ ਹੋ ਰਹੀ ਹੈ? ਉੱਤਰ ਹੈ ਜੀ ਕਾਰਬਨ ਡਾਈਆਕਸਾਈਡ। ਫਾਰਸੀ ਭਾਸ਼ਾ ਦੇ ਵਿੱਚ ਲਿਖੇ ਸਿੱਕੇ ਕਿਸ ਕਾਲ ਨਾਲ ਸੰਬੰਧਿਤ ਹਨ? ਉੱਤਰ ਹੈ ਮੱਧਕਾਲੀਨ ਯੁੱਗ। ਕੁਤਬ ਮੀਨਾਰ ਦਾ ਸੰਬੰਧ ਕਿਸ ਕਾਲ ਨਾਲ ਹੈ? ਮੱਧ ਕਾਲ ਨਾਲ। ਵੈਦਿਕ ਕਾਲ ਵਿੱਚ ਭਾਰਤ ਦਾ ਕੀ ਨਾਂ ਸੀ? ਆਰੀਆਵਰਤ ਭਾਰਤ ਦਾ ਨਾਮ ਸੀ। ਲੋਧੀ ਵੰਸ਼ ਦਾ ਮੋਢੀ ਕੌਣ ਸੀ? ਲੋਧੀ ਵੰਸ਼ ਦਾ ਮੋਢੀ ਬਹਿਲੋਲ ਲੋਧੀ ਸੀ। ਖੁਜਰਾਹੋ, ਜਾਮਾ ਮਸਜਿਦ, ਲਾਲ ਕਿਲ੍ਹਾ, ਆਗਰੇ ਦਾ ਕਿਲ੍ਹਾ ਕਿਸ ਕਾਲ ਨਾਲ ਸੰਬੰਧਿਤ ਹਨ? ਮੱਧ ਕਾਲ ਨਾਲ। ਮੱਧਕਾਲੀਨ ਯੁੱਗ ਕਿੰਨੇ ਹਿੱਸਿਆਂ ਵਿੱਚ ਵੰਡਿਆ ਹੈ? 2। ਵਿਦੇਸ਼ੀ ਯਾਤਰੀ ਦੁਆਰਾ ਲਿਖੇ ਲੇਖ ਕਿਤਾਬ ਉਲ ਰਿਹੇਲਾ ਲੇਖ ਕਿਸ ਦੇ ਰਾਜਕਾਲ ਦੇ ਸਮੇਂ ਦਾ ਬਿਰਤਾਂਤ ਹੈ? ਮੁਹੰਮਦ ਬਿਨ ਤੁਗਲਕ ਦੇ। ਚੀਨੀ ਲੋਕ ਪਹਿਲਾਂ ਭਾਰਤ ਨੂੰ ਕੀ ਆਖਦੇ ਸਨ? ਉੱਤਰ ਹੈ ਜੀ ਤਾਇਨਚੂ। ਕਿਸ ਚੀਨੀ ਯਾਤਰੀ ਦੀ ਯਾਤਰਾ ਤੋਂ ਬਾਅਦ ਭਾਰਤ ਨੂੰ ਚੀਨੀ ਇੰਟੂ ਕਹਿਣ ਲੱਗੇ? ਉੱਤਰ ਹੈ ਜੀ ਹਿਊਨ-ਸਾਂਗ। ਇੱਕ ਵੱਡੀ ਭੂਗੋਲਿਕ ਇਕਾਈ ਜੋ ਬਾਕੀ ਮਹਾਂਦੀਪਾਂ ਤੋਂ ਵੱਖਰੀ ਦਿਖਾਈ ਦਿੰਦੀ ਹੈ ਉਸ ਨੂੰ ਆਖਦੇ ਹਨ? ਉੱਤਰ ਹੈ ਜੀ ਉਪ ਮਹਾਂਦੀਪ। ਬੋਧੀ ਵਿਹਾਰ ਜੋ ਬਾਅਦ ਵਿੱਚ ਵਿਸ਼ਵ ਵਿਦਿਆਲਾ ਬਣਿਆ ਉਸ ਦਾ ਕੀ ਨਾਮ ਸੀ? ਉੱਤਰ ਹੈ ਜੀ ਵਿਕਰਮ ਸ਼ਿਲਾ ਵਿਹਾਰ। ਰਾਸ਼ਟਰਕੂਟ ਰਾਜ ਕਿਹੜੀਆਂ ਦੋ ਨਦੀਆਂ ਦੇ ਵਿਚਕਾਰ ਸੀ? ਉੱਤਰ ਹੈ ਜੀ ਕ੍ਰਿਸ਼ਨਾ ਅਤੇ ਤੁੰਗਭਦਰਾ। ਕਿਸ ਪਾਲ ਸ਼ਾਸਕ ਨੇ ਵਿਕਰਮ ਸ਼ਿਲਾ ਵਿਹਾਰ ਦੀ ਸਥਾਪਨਾ ਕੀਤੀ? ਧਰਮਪਾਲ। ਹੇਠ ਲਿਖਿਆਂ ਵਿੱਚੋਂ ਕੌਣ ਗੁਰਜਰ ਪ੍ਰਤਿਹਾਰ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਾ ਸੀ? ਉੱਤਰ ਹੈ ਜੀ ਮਹਿਰ ਭੋਜ। ਭਾਰਤ 'ਤੇ 17 ਵਾਰ ਹਮਲੇ ਕਿਸ ਨੇ ਕੀਤੇ? ਉੱਤਰ ਹੈ ਜੀ ਮਹਿਮੂਦ ਗਜ਼ਨਵੀ। ਇਹ ਕਿਸ ਦੇਸ਼ ਨਾਲ ਸੰਬੰਧ ਰੱਖਦਾ ਸੀ? ਮਹਿਮੂਦ ਗਜ਼ਨਵੀ ਅਫਗਾਨਿਸਤਾਨ ਦੇ ਨਾਲ ਸੰਬੰਧ ਰੱਖਦਾ ਸੀ। ਕਿਸ ਵੰਸ਼ ਦੇ ਸਭ ਤੋਂ ਸ਼ਕਤੀਸ਼ਾਲੀ ਰਾਜੇ ਨੇ ਕਨੌਜ ਨੂੰ ਜਿੱਤ ਲਿਆ ਸੀ? ਉੱਤਰ ਹੈ ਜੀ ਗੁਰਜਰ ਪ੍ਰਤਿਹਾਰ ਵੰਸ਼। ਗੁਰਜਾਰ ਪ੍ਰਤਿਹਾਰ ਵੰਸ਼ ਦੇ ਕਿਸ ਰਾਜੇ ਨੇ ਮਹਿਮੂਦ ਗਜ਼ਨਵੀ ਦੀ ਅਧੀਨਤਾ ਸਵੀਕਾਰ ਕਰ ਲਈ ਤੇ ਬਾਅਦ ਵਿੱਚ ਇਹ ਰਾਜਾ ਰਾਜਪੂਤਾਂ ਹੱਥੋਂ ਮਾਰਿਆ ਗਿਆ? ਉੱਤਰ ਹੈ ਜੀ ਰਾਜਪਾਲ। ਕਨੌਜ ਭਾਰਤ ਦੇ ਕਿਸ ਰਾਜ ਵਿੱਚ ਸਥਿਤ ਹੈ? ਉੱਤਰ ਹੈ ਜੀ ਉੱਤਰ ਪ੍ਰਦੇਸ਼। ਰਾਮਾਇਣ ਦਾ ਤਮਿਲ ਭਾਸ਼ਾ ਵਿੱਚ ਅਨੁਵਾਦ ਕਿਸ ਨੇ ਕੀਤਾ? ਉੱਤਰ ਹੈ ਜੀ ਕੰਬਨ। ਚੌਲ ਰਾਜ ਸਮੇਂ ਹਰੇਕ ਪਿੰਡ ਦੀਆਂ ਕਿੰਨੀਆਂ ਸਭਾਵਾਂ ਹੁੰਦੀਆਂ ਸਨ? ਉੱਤਰ ਹੈ ਜੀ 2। ਮਹਾਬਲੀਪੁਰਮ ਵਿਖੇ ਸ਼ੋਰ ਮੰਦਰ ਅਤੇ ਰੱਥ ਮੰਦਰ ਕਿਹੜੇ ਵੰਸ਼ ਦੇ ਸ਼ਾਸਕਾਂ ਦੁਆਰਾ ਬਣਵਾਏ ਗਏ? ਉੱਤਰ ਹੈ ਜੀ ਪੱਲਵ। ਮੱਧਕਾਲੀਨ ਯੁੱਗ ਪਾਂਡੇ ਰਾਜ ਦਾ ਸਿੱਖਿਆ ਦਾ ਮਹੱਤਵਪੂਰਨ ਕੇਂਦਰ ਕਿੱਥੇ ਸੀ? ਉੱਤਰ ਹੈ ਜੀ ਮਦੁਰਾ। ਚੌਲ ਸ਼ਾਸਕਾਂ ਨੇ ਸਿੰਚਾਈ ਲਈ ਖਾਸ ਕਰਕੇ ਕਿਹੜੇ ਦਰਿਆ ਦੀ ਵਰਤੋਂ ਕੀਤੀ ਸੀ? ਉੱਤਰ ਹੈ ਜੀ ਕਾਵੇਰੀ। ਪ੍ਰਾਂਤਕ ਪਹਿਲਾ ਚੋਲ ਰਾਜ ਦਾ ਇੱਕ ਸ਼ਕਤੀਸ਼ਾਲੀ ਸ਼ਾਸਕ ਸੀ। ਉਸਨੇ ਕਿਸ ਸ਼ਾਸਕ ਨੂੰ ਹਰਾ ਕੇ ਉਸ ਦੀ ਰਾਜਧਾਨੀ 'ਤੇ ਕਬਜ਼ਾ ਕਰ ਲਿਆ? ਉੱਤਰ ਹੈ ਜੀ ਪਾਂਡੇ। 5ਵੀਂ ਅਤੇ 6ਵੀਂ ਸਦੀ ਦੌਰਾਨ ਪੱਲਵ ਸ਼ਕਤੀਸ਼ਾਲੀ ਬਣ ਗਏ। ਉਹਨਾਂ ਨੇ ਕਾਂਚੀ ਨੂੰ ਆਪਣੀ ਰਾਜਧਾਨੀ ਬਣਾ ਲਿਆ। ਪੱਲਵ ਕਿਹੜੇ ਵੰਸ਼ ਦੇ ਪਤਨ ਤੋਂ ਬਾਅਦ ਸ਼ਕਤੀਸ਼ਾਲੀ ਬਣੇ? ਉੱਤਰ ਹੈ ਜੀ ਸਾਤਵਾਹਨ ਵੰਸ਼। ਚੌਲ ਰਾਜਿਆਂ ਦੇ ਸ਼ਾਸਨ ਪ੍ਰਬੰਧ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਸੀ? ਉੱਤਰ ਹੈ ਜੀ ਨਾਡੂ। ਕਿਸ ਚੋਲ ਰਾਜੇ ਨੇ ਗੰਗਈ ਕੋਂਡਾ ਚੌਲਾਪੁਰਮ ਦੀ ਉਪਾਧੀ ਧਾਰਨ ਕੀਤੀ? ਉੱਤਰ ਹੈ ਜੀ ਰਾਜਿੰਦਰ ਚੌਲ। ਫਿਰੋਜ਼ ਸ਼ਾਹ ਤੁਗਲਕ ਨੇ ਕਿਹੜਾ ਨਗਰ ਵਸਾਇਆ? ਉੱਤਰ ਹੈ ਜੀ ਫਿਰੋਜ਼ਾਬਾਦ। ਤੈਮੂਰ ਨੇ ਭਾਰਤ 'ਤੇ ਕਦੋਂ ਹਮਲਾ ਕੀਤਾ? ਉੱਤਰ ਹੈ ਜੀ 1398 ਈਸਵੀ। ਕੁਤਬ ਮੀਨਾਰ ਦੀ ਉਸਾਰੀ ਕਿਸ ਨੇ ਸ਼ੁਰੂ ਕਰਵਾਈ? ਉੱਤਰ ਹੈ ਜੀ ਕੁਤਬਦੀਨ ਐਬਕ। ਖਿਜਲੀ ਵੰਸ਼ ਦਾ ਸੰਸਥਾਪਕ ਕੌਣ ਸੀ? ਉੱਤਰ ਹੈ ਜੀ ਜਲਾਲੂਦੀਨ ਖਿਲਜੀ। ਕੁਤਬਦੀਨ ਐਬਕ ਦਾ ਦਾਸ ਕੌਣ ਸੀ? ਉੱਤਰ ਹੈ ਜੀ ਇਲਤੁਤਮਿਸ। ਸੈਨਿਕਾਂ ਦੇ ਹੁਲੀਏ ਲਿਖਣ ਅਤੇ ਘੋੜਿਆਂ ਨੂੰ ਦਾਗਣ
ਦੀ ਪ੍ਰਥਾ ਕਿਹੜੇ ਸ਼ਾਸਕ ਨੇ ਆਰੰਭ ਕਰਵਾਈ? ਉੱਤਰ ਹੈ ਜੀ ਅਲਾਉਦੀਨ ਖਿਲਜੀ। ਦਿੱਲੀ ਸਲਤਨਤ ਵਿੱਚ ਭੂਮੀ ਲਗਾਨ ਨਿਸ਼ਚਿਤ ਕਰਨ ਦੀਆਂ ਕਿੰਨੀਆਂ ਵਿਧੀਆਂ ਪ੍ਰਚਲਿਤ ਸਨ? ਉੱਤਰ ਹੈ ਜੀ 3। ਕਿਹੜਾ ਸੁਲਤਾਨ ਇੱਕ ਦਾਸ ਵੀ ਸੀ ਤੇ ਇੱਕ ਸੁਲਤਾਨ ਦਾ ਜਵਾਈ ਵੀ ਸੀ? ਉੱਤਰ ਹੈ ਜੀ ਇਲਤੁਤਮਿਸ। ਕਿਸ ਰਾਜੇ ਨੇ ਲਗਾਨ ਦੀ ਦਰ ਘੱਟ ਰੱਖੀ, ਨਹਿਰਾਂ ਬਣਵਾਈਆਂ, ਕਿਸਾਨਾਂ ਦੇ ਕਰਜ਼ੇ ਮਾਫ ਕੀਤੇ? ਉੱਤਰ ਹੈ ਜੀ ਫਿਰੋਜ਼ ਸ਼ਾਹ ਤੁਗਲਕ। ਦਿੱਲੀ ਸਲਤਨਤ ਕਾਲ ਵਿੱਚ ਜਾਇਦਾਦ ਦੇ 2.5% ਵਸੂਲੇ ਜਾਂਦੇ ਕਰ ਨੂੰ ਕੀ ਆਖਦੇ ਸਨ? ਉੱਤਰ ਹੈ ਜੀ ਜ਼ਕਾਤ। ਇੱਕ ਰਾਜਾ ਲੁੱਟੇ ਹੋਏ ਮਾਲ ਦਾ ਕੇਵਲ 1/5 ਹਿੱਸਾ ਹੀ ਆਪਣੇ ਕੋਲ ਰੱਖਦਾ ਹੈ। ਲੁੱਟੇ ਹੋਏ ਮਾਲ ਦੇ ਇਸ ਹਿੱਸੇ ਨੂੰ ਕੀ ਆਖਦੇ ਹਨ? ਉੱਤਰ ਹੈ ਜੀ ਖਮਸ। ਆਗਰਾ ਸ਼ਹਿਰ ਲੋਧੀ ਵੰਸ਼ ਦੇ ਕਿਸ ਸ਼ਾਸਕ ਨੇ ਵਸਾਇਆ ਸੀ? ਉੱਤਰ ਹੈ ਜੀ ਸਿਕੰਦਰ ਲੋਧੀ। ਅਕਬਰ ਦੇ ਸਮੇਂ ਜਿਸ ਜ਼ਮੀਨ 'ਤੇ 3-4 ਸਾਲ ਬਾਅਦ ਫਸਲ ਬੀਜੀ ਜਾਂਦੀ ਸੀ ਉਸ ਭੂਮੀ ਨੂੰ ਕੀ ਆਖਦੇ ਸਨ? ਉੱਤਰ ਹੈ ਜੀ ਸ਼ਸ਼ਰ। ਮੁਗਲ ਕਾਲ ਵਿੱਚ ਖੜੀ ਫਸਲ ਦਾ ਅੰਦਾਜ਼ਾ ਲਾ ਕੇ ਲਗਾਨ ਨਿਸ਼ਚਿਤ ਕਰਨ ਦੀ ਪ੍ਰਣਾਲੀ ਨੂੰ ਆਖਦੇ ਸਨ ਕਨਕੂਤ ਪ੍ਰਣਾਲੀ। ਮੁਗਲ ਸਾਮਰਾਜ ਦਾ ਪਹਿਲਾ ਸ਼ਾਸਕ ਕੌਣ ਸੀ? ਉੱਤਰ ਹੈ ਜੀ ਬਾਬਰ। ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ? ਉੱਤਰ ਹੈ ਜੀ 1526 ਈਸਵੀ। ਔਰੰਗਜ਼ੇਬ ਦਾ ਸ਼ਾਸਨ ਕਾਲ ਦੱਸੋ? 1658 ਤੋਂ ਲੈ ਕੇ 1707 ਈਸਵੀ। ਜਹਾਂਗੀਰ ਨੇ ਕਿਸ ਨਾਲ ਵਿਆਹ ਕਰਵਾਇਆ? ਉੱਤਰ ਹੈ ਜੀ ਨੂਰਜਹਾਂ। ਪਾਣੀਪਤ ਦੀ ਪਹਿਲੀ ਲੜਾਈ ਵਿੱਚ ਬਾਬਰ ਨੇ ਕਿਸ ਨੂੰ ਹਰਾਇਆ? ਉੱਤਰ ਹੈ ਜੀ ਇਬਰਾਹਿਮ ਲੋਧੀ। ਹੁਮਾਯੂੰ ਕਿਸ ਦਾ ਪੁੱਤਰ ਸੀ? ਉੱਤਰ ਹੈ ਜੀ ਬਾਬਰ। ਮੁਗਲ ਕਿਸ ਮੰਗੋਲ ਸ਼ਾਸਕ ਦੇ ਵੰਸ਼ ਵਿੱਚੋਂ ਸਨ? ਉੱਤਰ ਹੈ ਜੀ ਚੰਗੇਜ਼ ਖਾਂ। 1527 ਈਸਵੀ ਵਿੱਚ ਰਾਜਪੂਤ ਰਾਜਾ ਰਾਣਾ ਸਾਂਗਾ ਅਤੇ ਬਾਬਰ ਵਿੱਚ ਯੁੱਧ ਕਿਸ ਥਾਂ 'ਤੇ ਲੜਿਆ ਗਿਆ? ਉੱਤਰ ਹੈ ਜੀ ਕਾਨਵਾਹ। ਮੁਗਲ ਸਾਮਰਾਜ ਵਿੱਚ ਕੌਣ ਵਿੱਤ ਵਿਭਾਗ ਦਾ ਅਧਿਕਾਰੀ ਹੁੰਦਾ ਸੀ ਜੋ ਪ੍ਰਾਂਤ ਦੀ ਆਮਦਨ ਅਤੇ ਵਿੱਤ ਦਾ ਹਿਸਾਬ ਰੱਖਦਾ ਸੀ? ਉੱਤਰ ਹੈ ਜੀ ਦੀਵਾਨ। ਅਕਬਰ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਗੱਦੀ 'ਤੇ ਬੈਠਾ 14 ਫਰਵਰੀ 1556 ਨੂੰ? ਉੱਤਰ ਹੈ ਜੀ ਗੁਰਦਾਸਪੁਰ ਦੇ ਕਲਾਨੌਰ 'ਚ। ਕੌਣ ਜਸੂਸੀ ਵਿਭਾਗ ਦਾ ਮੁਖੀ ਹੁੰਦਾ ਸੀ ਤੇ ਪ੍ਰਾਂਤ ਵਿੱਚ ਹੋਣ ਵਾਲੀਆਂ ਹਰ ਘਟਨਾਵਾਂ ਦਾ ਵੇਰਵਾ ਰੱਖਦਾ ਸੀ? ਉੱਤਰ ਹੈ ਜੀ ਵਾਕਿਆਨਵੀਸ। ਮੁਗਲ ਕਾਲ ਦੀ ਲਗਾਨ ਇਕੱਠਾ ਕਰਨ ਦੀ ਪ੍ਰਣਾਲੀ ਜਿਸ ਵਿੱਚ ਫਸਲ ਦੇ 3 ਹਿੱਸਿਆਂ ਵਿੱਚੋਂ ਇੱਕ ਸਰਕਾਰ ਲੈ ਲੈਂਦੀ ਸੀ ਉਸ ਨੂੰ ਕੀ ਆਖਦੇ ਸਨ? ਉੱਤਰ ਹੈ ਜੀ ਬਟਾਈ ਪ੍ਰਣਾਲੀ। ਅਕਬਰ ਦੇ ਸਮੇਂ ਉਹ ਜ਼ਮੀਨ ਜਿਸ 'ਤੇ 1 ਜਾਂ 2 ਸਾਲਾਂ ਬਾਅਦ ਫਸਲ ਬੀਜੀ ਜਾਂਦੀ ਸੀ ਉਸ ਤਰ੍ਹਾਂ ਦੀ ਭੂਮੀ ਨੂੰ ਕੀ ਆਖਦੇ ਸਨ? ਉੱਤਰ ਹੈ ਜੀ ਪ੍ਰੌਤੀ। ਐਲੋਰਾ ਵਿਖੇ ਕੈਲਾਸ਼ ਮੰਦਰ ਰਾਸ਼ਟਰਕੂਟ ਸ਼ਾਸਕਾਂ ਦੇ ਕਿਸ ਸ਼ਾਸਕ ਦੁਆਰਾ ਬਣਾਇਆ ਗਿਆ? ਉੱਤਰ ਹੈ ਜੀ ਕ੍ਰਿਸ਼ਨ ਪਹਿਲੇ। ਤਾਜ ਮਹਿਲ ਵਿੱਚ ਦੂਸਰੇ ਦੇਸ਼ਾਂ ਤੋਂ ਮੰਗਵਾਏ ਕਿੰਨੀ ਤਰ੍ਹਾਂ ਦੇ ਕੀਮਤੀ ਪੱਥਰਾਂ ਨਾਲ ਸਜਾਇਆ ਗਿਆ ਹੈ? 20 ਤਰ੍ਹਾਂ ਦੇ। ਤਾਜ ਮਹਿਲ ਦੀ ਉਸਾਰੀ ਕਰਨ ਲਈ ਲਗਭਗ ਕਿੰਨੇ ਕਰੋੜ ਰੁਪਏ ਖਰਚ ਕੀਤੇ ਗਏ? ਉੱਤਰ ਹੈ ਜੀ 3 ਕਰੋੜ। ਲਿੰਗ ਰਾਜ ਮੰਦਰ ਦੀ ਸਥਾਪਨਾ ਕਿਹੜੇ ਸ਼ਹਿਰ ਵਿੱਚ ਹੋਈ? ਉੱਤਰ ਹੈ ਜੀ ਭੁਵਨੇਸ਼ਵਰ। ਸੂਰਜ ਮੰਦਰ ਕਿਸ ਸ਼ੈਲੀ ਵਿੱਚ ਬਣਾਇਆ ਗਿਆ? ਉੱਤਰ ਹੈ ਜੀ ਨਾਗਰਾ। ਕੋਨਾਰਕ ਵਿਖੇ ਜੋ ਮੰਦਰ 12 ਪਹੀਏ ਵਾਲੇ ਰੱਥ 'ਤੇ ਬਣਾਇਆ ਗਿਆ ਹੈ ਕਿਸ ਦੇਵਤੇ ਨੂੰ ਸਮਰਪਿਤ ਹੈ? ਉੱਤਰ ਹੈ ਜੀ ਸੂਰਜ। ਆਗਰੇ ਦੇ ਕਿਲ੍ਹੇ ਵਿੱਚ ਸਥਿਤ ਮੋਤੀ ਮਸਜਿਦ ਨੂੰ ਸ਼ਾਹਜਹਾਂ ਨੇ ਕਿਸ ਪੱਥਰ ਨਾਲ ਬਣਾਇਆ ਸੀ? ਉੱਤਰ ਹੈ ਜੀ ਸੰਗਮਰਮਰ ਨਾਲ। ਲੋਕਤੰਤਰ ਦੀ ਪਰਿਭਾਸ਼ਾ ਲੋਕਤੰਤਰੀ ਸਰਕਾਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਕਿਸ ਨੇ ਦਿੱਤੀ? ਇਬਰਾਹਿਮ ਲਿੰਕਨ ਨੇ। ਫਰਾਂਸ ਦੀ ਕ੍ਰਾਂਤੀ ਕਿਸ ਸਦੀ ਵਿੱਚ ਹੋਈ? ਉੱਤਰ ਹੈ ਜੀ 18ਵੀਂ ਸਦੀ ਵਿੱਚ। ਸਾਡੇ ਦੇਸ਼ ਵਿੱਚ ਰਾਜ ਸਰਕਾਰ ਦਾ ਨਾਮ ਮਾਤਰ ਮੁਖੀ ਕੌਣ ਹੈ? ਉੱਤਰ ਹੈ ਜੀ ਰਾਜਪਾਲ। ਭਾਰਤ ਵਿੱਚ ਕੇਂਦਰੀ ਸਰਕਾਰ ਦਾ ਅਸਲੀ ਮੁਖੀ ਕੌਣ ਹੈ? ਉੱਤਰ ਹੈ ਜੀ ਪ੍ਰਧਾਨ ਮੰਤਰੀ। ਲੋਕਤੰਤਰ ਦਾ ਆਰੰਭ ਕਿੱਥੇ ਹੋਇਆ? ਉੱਤਰ ਹੈ ਜੀ ਯੂਨਾਨ ਦੇ ਸ਼ਹਿਰ ਏਥਨਜ਼ ਵਿੱਚ। ਅਜਿਹਾ ਕਿਹੜਾ ਦੇਸ਼ ਹੈ ਜਿੱਥੇ ਅਜੇ ਵੀ ਸਿੱਧਾ ਲੋਕਤੰਤਰ ਹੈ? ਉੱਤਰ ਹੈ ਜੀ ਸਵਿਟਜ਼ਰਲੈਂਡ। ਕਿਸ ਲੋਕਤੰਤਰੀ ਦੇਸ਼ ਵਿੱਚ ਰਾਜ ਦਾ ਮੁਖੀ ਲੋਕਾਂ ਦੁਆਰਾ ਚੁਣਿਆ ਨਹੀਂ ਜਾਂਦਾ ਸਗੋਂ ਇਸ ਦਾ ਅਹੁਦਾ ਜੱਦੀ ਹੁੰਦਾ ਹੈ? ਉੱਤਰ ਹੈ ਜੀ ਇੰਗਲੈਂਡ। ਉਹ ਲੋਕਤੰਤਰ ਜਿਸ ਵਿੱਚ ਸਿੱਧੇ ਲੋਕਾਂ ਦੁਆਰਾ ਹੀ ਰਾਜ ਪ੍ਰਬੰਧ ਚਲਾਉਣ ਦੇ ਫੈਸਲੇ ਲਏ ਜਾਂਦੇ ਹਨ ਉਹ ਅਖਵਾਉਂਦਾ ਹੈ? ਉੱਤਰ ਹੈ ਜੀ ਸਿੱਧਾ ਲੋਕਤੰਤਰ। ਭਾਰਤ ਵਿੱਚ ਕਿਹੋ ਜਿਹੀ ਦਲ ਪ੍ਰਣਾਲੀ ਹੈ? ਉੱਤਰ ਹੈ ਜੀ ਬਹੁਦਲੀ। ਭਾਰਤ ਦੇ ਨਾਗਰਿਕਾਂ ਨੂੰ ਅਧਿਕਾਰ ਦਿੰਦੇ ਸਮੇਂ ਲਿੰਗ, ਜਾਤੀ, ਧਰਮ, ਸੰਪਤੀ ਆਦਿ ਦੇ ਆਧਾਰ 'ਤੇ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ। ਇਸ ਅਧਿਕਾਰ ਨੂੰ ਕੀ ਆਖਦੇ ਹਨ? ਉੱਤਰ ਹੈ ਜੀ ਸਮਾਨਤਾ ਦਾ ਅਧਿਕਾਰ। ਲੋਕਤੰਤਰੀ ਰਾਜ ਵਿੱਚ ਕਿਹੜੀਆਂ 2 ਪ੍ਰਮੁੱਖ ਚੋਣ ਪ੍ਰਣਾਲੀਆਂ ਹਨ? ਉੱਤਰ ਹੈ ਜੀ ਪ੍ਰਤੱਖ ਅਤੇ ਅਪ੍ਰਤੱਖ ਚੋਣ ਪ੍ਰਣਾਲੀਆਂ। ਵਿਧਾਨ ਸਭਾ ਚੋਣ ਪ੍ਰਕਿਰਿਆ ਦੌਰਾਨ ਚੋਣ ਨਿਸ਼ਾਨ ਕਿਸ ਵੱਲੋਂ ਅਲਾਟ ਕੀਤੇ ਜਾਂਦੇ ਹਨ? ਉੱਤਰ ਹੈ ਜੀ ਚੋਣ ਆਯੋਗ। ਧਰਤੀ ਤੇ ਕਿੰਨੇ ਪ੍ਰਤੀਸ਼ਤ ਪਾਣੀ ਹੈ? ਉੱਤਰ ਹੈ ਜੀ 71%। ਧਰਤੀ ਦੇ ਕਿੰਨੇ ਪ੍ਰਤੀਸ਼ਤ ਜੀਵ ਸਮੁੰਦਰਾਂ ਤੋਂ ਉਤਪੰਨ ਹੋਏ ਹਨ? ਉੱਤਰ ਹੈ ਜੀ 75%। ਜਿਹੜੇ ਸਾਧਨ ਮੌਜੂਦ ਤਾਂ ਹਨ ਪਰ ਉਹਨਾਂ ਦੀ ਵਰਤੋਂ ਨਹੀਂ ਹੁੰਦੀ ਉਹ ਹਨ ਸੰਭਾਵਿਤ ਸਾਧਨ। ਪੈਟਰੋਲੀਅਮ, ਅਬਰਕ, ਕੋਲਾ, ਮੈਗਨੀਜ਼ ਕਿਸ ਤਰ੍ਹਾਂ ਦੇ ਖਣਿਜ ਪਦਾਰਥ ਹਨ? ਉੱਤਰ ਹੈ ਜੀ ਅਧਾਤੂ ਖਣਿਜ। ਉਹ ਪਦਾਰਥ ਜੋ ਧਰਤੀ ਵਿੱਚੋਂ ਨਿਕਲਦੇ ਹਨ ਅਤੇ ਕਿਸੇ ਦੇਸ਼ ਦਾ ਸਰਮਾਇਆ ਹੁੰਦੇ ਹਨ। ਉੱਤਰ ਹੈ ਜੀ ਖਣਿਜ ਪਦਾਰਥ। ਭਾਰਤ ਦੇ ਖੇਤਰਫਲ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਜੰਗਲਾਂ ਹੇਠ ਹੈ? ਉੱਤਰ ਹੈ ਜੀ
22.2%। ਨਦੀਆਂ ਅਤੇ ਦਰਿਆਵਾਂ ਦੇ ਪਾਣੀ ਦੁਆਰਾ ਲਿਆ ਕੇ ਜਮ੍ਹਾਂ ਕੀਤੀ ਗਈ ਮਿੱਟੀ ਨੂੰ ਕੀ ਕਿਹਾ ਜਾਂਦਾ ਹੈ? ਉੱਤਰ ਹੈ ਜੀ ਜਲੌੜ ਮਿੱਟੀ। ਚੂਨਾ, ਮੈਗਨੀਸ਼ੀਅਮ, ਫਾਸਫੇਟ, ਨਾਈਟ੍ਰੋਜਨ ਅਤੇ ਜੈਵਿਕ ਮਾਦੇ ਦੀ ਘਾਟ ਕਿਸ ਮਿੱਟੀ ਵਿੱਚ ਹੁੰਦੀ ਹੈ? ਉੱਤਰ ਹੈ ਜੀ ਲਾਲ ਮਿੱਟੀ। ਸਾਡੀ ਧਰਤੀ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਭੂਮੀ ਹੈ? ਉੱਤਰ ਹੈ ਜੀ 29%। ਕਾਲੀ ਮਿੱਟੀ ਦੇਸ਼ ਦੇ ਕੁੱਲ ਭੂਮੀ ਦੇ ਕਿੰਨੇ ਪ੍ਰਤੀਸ਼ਤ ਹਿੱਸੇ ਵਿੱਚ ਮਿਲਦੀ ਹੈ? ਉੱਤਰ ਹੈ ਜੀ 16.6%। ਕਿਸ ਬਨਸਪਤੀ ਦੀ ਲੱਕੜ ਬਹੁਤ ਮਜ਼ਬੂਤ ਹੈ ਅਤੇ ਵਧੀਆ ਹੈ? ਇਹ ਇਮਾਰਤਾਂ ਬਣਾਉਣ, ਰੇਲ ਦੇ ਡੱਬੇ, ਮਾਚਿਸ ਆਦਿ ਬਣਾਉਣ ਦੇ ਕੰਮ ਆਉਂਦੀ ਹੈ। ਇਸ ਤੋਂ ਇਲਾਵਾ ਬਹੁਤ ਤਰ੍ਹਾਂ ਦੇ ਫਲ, ਸੁੱਕੇ ਮੇਵੇ ਦੇਣ ਵਾਲੇ ਦਰਖਤ ਵੀ ਮਿਲਦੇ ਹਨ। ਇਸ ਬਨਸਪਤੀ ਦਾ ਨਾਂ ਹੈ ਜੀ ਪਰਬਤੀ ਬਨਸਪਤੀ। ਚੀਲ, ਫਰ, ਦੇਵਦਾਰ, ਅਖਰੋਟ ਅਤੇ ਮੈਪਲ ਕਿਸ ਕਿਸਮ ਦੀ ਬਨਸਪਤੀ ਹੈ? ਉੱਤਰ ਹੈ ਜੀ ਪਰਬਤੀ ਬਨਸਪਤੀ। ਜੰਗਲੀ ਜੀਵ ਸੁਰੱਖਿਆ ਐਕਟ ਕਦੋਂ ਪਾਸ ਹੋਇਆ? 1972 ਅਤੇ 2002 ਵਿੱਚ। ਬੰਗਾਲੀ ਸ਼ੇਰ ਕਿੱਥੇ ਮਿਲਦਾ ਹੈ? ਉੱਤਰ ਹੈ ਜੀ ਸੁੰਦਰਬਨ ਡੈਲਟਾ। ਲੋਹੇ ਤੋਂ ਸਟੀਲ ਬਣਾਉਣ ਲਈ ਕਿਹੜਾ ਖਣਿਜ ਪਦਾਰਥ ਕੰਮ ਆਉਂਦਾ ਹੈ? ਉੱਤਰ ਹੈ ਜੀ ਮੈਗਨੀਜ਼। ਸੰਸਾਰ ਦਾ ਸਭ ਤੋਂ ਵੱਧ ਕੋਲਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ? ਉੱਤਰ ਹੈ ਜੀ USA। ਬਿਜਲੀ ਕੰਡੈਂਸਰ, ਇਨਸੂਲੇਟਰ ਅਤੇ ਬਿਜਲੀ ਦੀਆਂ ਪ੍ਰੈਸਾਂ ਬਣਾਉਣ ਲਈ ਕਿਸ ਖਣਿਜ ਦੀ ਵਰਤੋਂ ਹੁੰਦੀ ਹੈ? ਉੱਤਰ ਹੈ ਜੀ ਅਬਰਕ। ਕੋਲੇ ਦੀ ਸਭ ਤੋਂ ਵਧੀਆ ਕਿਸਮ ਕਿਹੜੀ ਹੈ? ਉੱਤਰ ਹੈ ਜੀ ਐਂਥ੍ਰੇਸਾਈਟ। ਭਾਰਤ ਪੂਰੇ ਸੰਸਾਰ ਦਾ ਕਿੰਨੇ ਪ੍ਰਤੀਸ਼ਤ ਪਣ ਬਿਜਲੀ ਪੈਦਾ ਕਰਦਾ ਹੈ? ਉੱਤਰ ਹੈ ਜੀ 1%। ਭਾਰਤ ਦਾ ਕਿਹੜਾ ਰਾਜ ਪਣ ਬਿਜਲੀ ਤਿਆਰ ਨਹੀਂ ਕਰਦਾ? ਉੱਤਰ ਹੈ ਜੀ ਗੋਆ। ਕਿਸ ਰਾਜ ਵਿੱਚ ਸਭ ਤੋਂ ਵੱਧ ਸੋਨਾ ਨਿਕਲਦਾ ਹੈ? ਉੱਤਰ ਹੈ ਜੀ ਕਰਨਾਟਕ। ਕੋਲੇ ਦੀ ਸਭ ਤੋਂ ਮਾੜੀ ਕਿਸਮ ਕਿਹੜੀ ਹੈ? ਉੱਤਰ ਹੈ ਜੀ ਪੀਟ। ਐਲੂਮੀਨੀਅਮ ਬਣਾਉਣ ਲਈ ਕਿਸ ਖਣਿਜ ਦੀ ਲੋੜ ਹੈ? ਉੱਤਰ ਹੈ ਜੀ ਬਾਕਸਾਈਟ। ਸੰਸਾਰ ਦਾ ਸਭ ਤੋਂ ਵੱਧ ਯੂਰੇਨੀਅਮ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ? ਉੱਤਰ ਹੈ ਜੀ USA। ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ? ਉੱਤਰ ਹੈ ਜੀ 18ਵੀਂ ਸਦੀ। 16ਵੀਂ ਸਦੀ ਦੌਰਾਨ ਕਿਹੜੇ ਮੁਗਲ ਬਾਦਸ਼ਾਹ ਨੇ ਭਾਰਤ 'ਤੇ ਰਾਜ ਕੀਤਾ? ਉੱਤਰ ਹੈ ਜੀ ਬਾਬਰ, ਹੁਮਾਯੂੰ, ਅਕਬਰ। ਯੂਰਪ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਮੰਨਿਆ ਜਾਂਦਾ ਹੈ? ਉੱਤਰ ਹੈ ਜੀ 16ਵੀਂ ਸਦੀ। ਇਤਿਹਾਸਕਾਰਾਂ ਨੇ ਭਾਰਤ ਦੇ ਇਤਿਹਾਸ ਨੂੰ ਕਿੰਨੇ ਕਾਲਾਂ ਵਿੱਚ ਵੰਡਿਆ? ਉੱਤਰ ਹੈ ਜੀ 3 ਕਾਲਾਂ ਵਿੱਚ। 18ਵੀਂ ਸਦੀ ਵਿੱਚ ਮੁਗਲਾਂ ਤੋਂ ਬਹੁਤ ਸਾਰੀਆਂ ਰਿਆਸਤਾਂ ਆਜ਼ਾਦ ਹੋਈਆਂ। ਬੰਗਾਲ ਨੂੰ ਸੁਤੰਤਰ ਕਿਸ ਨੇ ਘੋਸ਼ਿਤ ਕੀਤਾ? ਉੱਤਰ ਹੈ ਜੀ ਮੁਰਸ਼ਦ ਕੁਲੀ ਖਾਂ, ਅਲੀਵਰਦੀ ਖਾਂ। ਅਵਧ ਨੂੰ ਸੁਤੰਤਰ ਕਿਸ ਨੇ ਘੋਸ਼ਿਤ ਕੀਤਾ? ਉੱਤਰ ਹੈ ਜੀ ਸ਼ਹਾਦਤ ਖਾਂ। ਮੈਸੂਰ ਰਾਜ ਦਾ ਸੰਸਥਾਪਕ ਕੌਣ ਸੀ? ਉੱਤਰ ਹੈ ਜੀ ਹੈਦਰ ਅਲੀ। ਕਿਸ ਨੇ 1746 ਈਸਵੀ ਵਿੱਚ ਮਦਰਾਸ ਵਿਖੇ ਅੰਗਰੇਜ਼ਾਂ ਦੀ ਬਸਤੀ 'ਤੇ ਅਧਿਕਾਰ ਕਰ ਲਿਆ? ਉੱਤਰ ਹੈ ਜੀ ਡੁਪਲੇ। ਕਰਨਾਟਕ ਦਾ ਪਹਿਲਾ ਯੁੱਧ ਕਦੋਂ ਹੋਇਆ? 1746 ਤੋਂ ਲੈ ਕੇ 1748 ਈਸਵੀ ਤੱਕ। ਅੰਗਰੇਜ਼ੀ ਸਾਮਰਾਜ ਦਾ ਵਿਸਥਾਰ ਕਰਨ ਲਈ ਕਿਸ ਨੇ ਸਹਾਇਕ ਸੰਧੀ ਪ੍ਰਣਾਲੀ ਸ਼ੁਰੂ ਕੀਤੀ? ਉੱਤਰ ਹੈ ਜੀ ਲਾਰਡ ਵੈਲਜ਼ਲੀ। ਪਲਾਸੀ ਦੀ ਲੜਾਈ ਕਦੋਂ ਹੋਈ? 1757 ਈਸਵੀ ਵਿੱਚ। ਫਰਾਂਸੀਸੀਆਂ ਦੁਆਰਾ ਕਿੰਨੀਆਂ ਬਸਤੀਆਂ ਸਥਾਪਿਤ ਕੀਤੀਆਂ ਗਈਆਂ? 3। ਮਾਹੀ, ਚੰਦਰ ਨਗਰ ਤੇ ਕਾਰੀਕਲ। ਲੈਪਸ ਦੀ ਨੀਤੀ ਕਿਸ ਦੁਆਰਾ ਅਪਣਾਈ ਗਈ? ਲਾਰਡ ਡਲਹੌਜ਼ੀ। ਦੋਹਰੀ ਸ਼ਾਸਨ ਪ੍ਰਣਾਲੀ ਕਦੋਂ ਖਤਮ ਕੀਤੀ ਗਈ? 1772 ਵਿੱਚ। ਨਵਾਬ ਮੀਰ ਕਾਸਮ ਬੰਗਾਲ ਤੋਂ ਭੱਜ ਕੇ ਕਿੱਥੇ ਗਿਆ? ਉੱਤਰ ਹੈ ਜੀ ਅਵਧ। ਵਾਸਕੋ ਡੀ ਗਾਮਾ ਕਿਸ ਦੇਸ਼ ਦਾ ਨਿਵਾਸੀ ਸੀ? ਉੱਤਰ ਹੈ ਜੀ ਪੁਰਤਗਾਲ। ਭਾਰਤ ਵਿੱਚ ਕਿਹੜੀਆਂ ਯੂਰਪੀਅਨ ਤਾਕਤਾਂ ਨੇ ਸਾਮਰਾਜ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ? ਉੱਤਰ ਹੈ ਜੀ ਅੰਗਰੇਜ਼, ਪੁਰਤਗਾਲੀ ਤੇ ਡੱਚ। ਪਲਾਸੀ ਦੀ ਲੜਾਈ ਦਾ ਮੁੱਖ ਕਾਰਨ ਕੀ ਸੀ? ਉੱਤਰ ਹੈ ਜੀ ਨਿਯਮ ਪ੍ਰਣਾਲੀ ਦੀ ਅੰਗਰੇਜ਼ਾਂ ਦੁਆਰਾ ਗਲਤ ਵਰਤੋਂ। ਪਲਾਸੀ ਦੀ ਲੜਾਈ ਕਿਸ ਵਿਚਕਾਰ ਹੋਈ? ਉੱਤਰ ਹੈ ਜੀ ਸਿਰਾਜ ਉਦ ਦੌਲਾ ਅਤੇ ਰਾਬਰਟ ਕਲਾਈਵ ਵਿੱਚ। ਪਲਾਸੀ ਦੀ ਲੜਾਈ ਕਦੋਂ ਹੋਈ? ਉੱਤਰ ਹੈ ਜੀ 1757 ਈਸਵੀ ਵਿੱਚ। ਬਕਸਰ ਦੀ ਲੜਾਈ ਅੰਗਰੇਜ਼ਾਂ ਅਤੇ ਕਿਸ ਵਿਚਕਾਰ ਹੋਈ? ਉੱਤਰ ਹੈ ਜੀ ਸ਼ਾਹ ਆਲਮ, ਸਿਰਾਜ ਉਦ ਦੌਲਾ ਤੇ ਮੀਰ ਕਾਸਮ। ਅਗਲਾ ਪ੍ਰਸ਼ਨ ਹੈ ਜੀ, ਕਿਸ ਮੁਗਲ ਬਾਦਸ਼ਾਹ ਨੇ ਅੰਗਰੇਜ਼ਾਂ ਨੂੰ ਬਿਨਾਂ ਚੁੰਗੀ ਦੇ ਵਪਾਰ ਕਰਨ ਦੀ ਆਗਿਆ ਦਿੱਤੀ? ਉੱਤਰ ਹੈ ਜੀ ਫਰੁਖਸਿਆਰ। ਕਿਸ ਮੁਗਲ ਬਾਦਸ਼ਾਹ ਨੇ ਅੰਗਰੇਜ਼ਾਂ ਨੂੰ ਬਿਨਾਂ ਚੁੰਗੀ ਦੇ ਵਪਾਰ ਕਰਨ ਦੀ ਆਗਿਆ ਦਿੱਤੀ? ਉੱਤਰ ਹੈ ਜੀ ਫਰੁਖਸਿਆਰ। ਕਿਸ ਨੇ ਬੰਗਾਲ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ? ਉੱਤਰ ਹੈ ਜੀ ਲਾਰਡ ਕਲਾਈਵ। ਇੰਗਲੈਂਡ ਦੇ ਵਪਾਰੀਆਂ ਦੇ ਮਰਚੈਂਟ ਐਡਵੈਂਚਰ ਗਰੁੱਪ ਨੇ ਭਾਰਤ ਨਾਲ ਵਪਾਰ ਕਰਨ ਲਈ 31 ਦਸੰਬਰ 1600 ਈਸਵੀ ਵਿੱਚ ਕਿਹੜੀ ਕੰਪਨੀ ਦੀ ਸਥਾਪਨਾ ਕੀਤੀ? ਉੱਤਰ ਹੈ ਜੀ ਈਸਟ ਇੰਡੀਆ ਕੰਪਨੀ। ਮੁਗਲ ਬਾਦਸ਼ਾਹ ਜਹਾਂਗੀਰ ਤੋਂ ਕਿਸ ਅੰਗਰੇਜ਼ੀ ਅਫਸਰ ਨੇ ਵਪਾਰਕ ਸਹੂਲਤਾਂ ਪ੍ਰਾਪਤ ਕੀਤੀਆਂ? ਉੱਤਰ ਹੈ ਜੀ ਸਰ ਥਾਮਸ ਰੋ। ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਪਾਸ ਕੀਤਾ ਗਿਆ। ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਕੀ ਪਾਸ ਕੀਤਾ ਗਿਆ? ਰੈਗੂਲੇਟਿੰਗ ਐਕਟ 1773। ਲਾਰਡ ਕਾਰਨਵਾਲਿਸ ਦੁਆਰਾ ਕਿਹੜੀ ਪੁਸਤਕ ਤਿਆਰ ਕੀਤੀ ਗਈ? ਉੱਤਰ ਹੈ ਜੀ ਕਾਰਨਵਾਲਿਸ ਕੋਡ। 1832 ਈਸਵੀ ਵਿੱਚ ਬੰਗਾਲ ਵਿੱਚ ਨਿਆਂ ਪ੍ਰਣਾਲੀ ਦੀ ਸਥਾਪਨਾ ਕਿਸ ਨੇ ਕੀਤੀ? ਉੱਤਰ ਹੈ ਜੀ ਲਾਰਡ ਵਿਲੀਅਮ ਬੈਂਟਿਕ।
ਜ਼ਿਲ੍ਹਿਆਂ ਵਿੱਚ ਦੀਵਾਨੀ ਅਤੇ ਸਦਰ ਨਿਜ਼ਾਮਤ ਅਦਾਲਤਾਂ ਕਿਸ ਨੇ ਸਥਾਪਿਤ ਕਰਵਾਈਆਂ? ਉੱਤਰ ਹੈ ਜੀ ਵਾਰਨ ਹੇਸਟਿੰਗਜ਼। ਕਿਸ ਐਕਟ ਦੁਆਰਾ ਇੰਗਲੈਂਡ ਵਿੱਚ ਬੋਰਡ ਆਫ ਕੰਟਰੋਲ ਦੀ ਸਥਾਪਨਾ ਕੀਤੀ ਗਈ? ਉੱਤਰ ਹੈ ਜੀ ਪਿਟਸ ਇੰਡੀਆ ਐਕਟ 1784 ਈਸਵੀ। ਅਗਲਾ ਪ੍ਰਸ਼ਨ ਹੈ, ਇੰਗਲੈਂਡ ਵਿੱਚ ਨਵੇਂ ਨਿਯੁਕਤ ਸਿਵਲ ਸਰਵਿਸ ਦੀ ਪ੍ਰੀਖਿਆ ਦੇ ਅਧਿਕਾਰੀਆਂ ਨੂੰ ਭਾਰਤ ਭੇਜਣ ਤੋਂ ਪਹਿਲਾਂ ਕਿੱਥੇ ਟ੍ਰੇਨਿੰਗ ਕੀਤੀ ਜਾਂਦੀ ਸੀ? ਉੱਤਰ ਹੈ ਜੀ ਹੈਲੀਬਰੀ ਕਾਲਜ। 1863 ਵਿੱਚ ਸਿਵਲ ਸਰਵਿਸ ਦੀ ਪ੍ਰੀਖਿਆ ਵਿੱਚ ਸਫਲ ਹੋਣ ਵਾਲਾ ਪਹਿਲਾ ਭਾਰਤੀ ਕੌਣ ਸੀ? ਉੱਤਰ ਹੈ ਜੀ ਸਤਿੰਦਰ ਨਾਥ ਟੈਗੋਰ। ਮੌਂਟੇਗ ਚੈਮਸਫੋਰਡ ਰਿਪੋਰਟ ਵਿੱਚ ਇੰਡੀਅਨ ਸਿਵਲ ਸਰਵਿਸ ਵਿੱਚ ਕਿੰਨੇ ਭਾਰਤੀਆਂ ਨੂੰ ਨਿਯੁਕਤ ਕਰਨ ਦੀ ਸਿਫਾਰਿਸ਼ ਕੀਤੀ ਗਈ? ਉੱਤਰ ਹੈ ਜੀ 33%। 1886 ਈਸਵੀ ਵਿੱਚ ਕਿਸ ਦੁਆਰਾ 15 ਮੈਂਬਰੀ ਪਬਲਿਕ ਕਮਿਸ਼ਨ ਨਿਯੁਕਤ ਕੀਤਾ ਗਿਆ? ਉੱਤਰ ਹੈ ਜੀ ਲਾਰਡ ਰਿਪਨ। ਕਿਸ ਐਕਟ ਤਹਿਤ ਬੰਗਾਲ ਦੇ ਗਵਰਨਰ ਜਨਰਲ ਅਤੇ ਕੌਸ਼ਲ ਨੂੰ ਭਾਰਤ ਦਾ ਗਵਰਨਰ ਜਨਰਲ ਅਤੇ ਕੌਸ਼ਲ ਦਾ ਨਾਂ ਦਿੱਤਾ ਗਿਆ? ਉੱਤਰ ਹੈ ਜੀ ਚਾਰਟਰ ਐਕਟ। 1773 ਈਸਵੀ ਦੇ ਰੈਗੂਲੇਟਿੰਗ ਐਕਟ ਅਨੁਸਾਰ ਕਲਕੱਤੇ ਵਿੱਚ ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ, ਜਿਸ ਦੇ ਲਈ ਲਾਰਡ ਕਾਰਨਵਾਲਿਸ ਨੇ ਇੱਕ ਕਾਰਨਵਾਲਿਸ ਕੋਡ ਨਾਂ ਦੀ ਪੁਸਤਕ ਤਿਆਰ ਕਰਵਾਈ। ਉਸ ਵਿੱਚ ਕੀ ਸੀ? ਉੱਤਰ ਹੈ ਜੀ ਕਾਨੂੰਨਾਂ ਦਾ ਸੰਗ੍ਰਹਿ। 1853 ਤੋਂ ਸ਼ੁਰੂ ਕੀਤੀ ਗਈ ਸਿਵਲ ਸਰਵਿਸ ਦੀ ਪ੍ਰੀਖਿਆ ਕਿੱਥੇ ਲਈ ਜਾਂਦੀ ਸੀ? ਉੱਤਰ ਹੈ ਜੀ ਇੰਗਲੈਂਡ। ਅੰਗਰੇਜ਼ੀ ਪ੍ਰਸ਼ਾਸਨ ਵਿੱਚ ਹਰੇਕ ਥਾਣੇ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ? ਉੱਤਰ ਹੈ ਜੀ ਦਰੋਗਾ। ਈਸਟ ਇੰਡੀਆ ਕੰਪਨੀ ਨੇ ਬੰਗਾਲ, ਬਿਹਾਰ, ਉੜੀਸਾ ਦੀ ਦੀਵਾਨੀ ਕਦੋਂ ਪ੍ਰਾਪਤ ਕੀਤੀ? ਉੱਤਰ ਹੈ ਜੀ 1765 ਈਸਵੀ। ਲਾਰਡ ਕਾਰਨਵਾਲਿਸ ਦੁਆਰਾ ਸਥਾਈ ਬੰਦੋਬਸਤ ਪ੍ਰਬੰਧ ਕਿੱਥੇ ਸ਼ੁਰੂ ਕੀਤਾ ਗਿਆ? ਉੱਤਰ ਹੈ ਜੀ ਬੰਗਾਲ। ਲਾਰਡ ਵਾਰਨ ਹੇਸਟਿੰਗਜ਼ ਨੇ ਲਗਾਨ ਕਰ ਲਈ ਕਿੰਨੇ ਸਾਲਾਂ ਠੇਕੇ ਦਾ ਪ੍ਰਬੰਧ ਕੀਤਾ? ਉੱਤਰ ਹੈ ਜੀ 5 ਸਾਲ। ਰਈਅਤਵਾੜੀ ਪ੍ਰਬੰਧ ਕਿਸ ਅੰਗਰੇਜ਼ੀ ਅਫਸਰ ਵੱਲੋਂ ਸ਼ੁਰੂ ਕੀਤਾ ਗਿਆ? ਉੱਤਰ ਹੈ ਜੀ ਥਾਮਸ ਮੁਨਰੋ। ਨੀਲ ਵਿਦਰੋਹ ਦੇ ਮੁੱਖ ਖੇਤਰ ਕਿਹੜੇ ਸਨ? ਉੱਤਰ ਹੈ ਜੀ ਬੰਗਾਲ ਅਤੇ ਬਿਹਾਰ। ਭਾਰਤ ਵਿੱਚ ਅੰਗਰੇਜ਼ੀ ਰਾਜ ਦੀ ਸਥਾਪਨਾ ਤੋਂ ਪਹਿਲਾਂ ਭਾਰਤੀ ਲੋਕਾਂ ਦਾ ਮੁੱਖ ਕਿੱਤਾ ਕੀ ਸੀ? ਉੱਤਰ ਹੈ ਜੀ ਖੇਤੀਬਾੜੀ। ਪੰਜਾਬ ਦੇ ਪਟਿਆਲਾ ਤੇ ਰਾਵਲਪਿੰਡੀ ਵਿੱਚ ਕਿਸਾਨ ਵਿਦਰੋਹ ਕਦੋਂ ਹੋਏ? ਉੱਤਰ ਹੈ ਜੀ 1849 ਈਸਵੀ। ਬੰਗਾਲ ਨੂੰ ਵਿਕਰੀ ਕਾਨੂੰਨ ਕਿਸ ਬੰਦੋਬਸਤ ਅਧੀਨ ਲਾਗੂ ਕੀਤਾ ਗਿਆ? ਉੱਤਰ ਹੈ ਜੀ ਸਥਾਈ ਬੰਦੋਬਸਤ। 1820 ਈਸਵੀ ਵਿੱਚ ਇੱਕ ਅੰਗਰੇਜ਼ ਅਫਸਰ ਥਾਮਸ ਮੁਨਰੋ ਨੇ ਮਦਰਾਸ ਅਤੇ ਮੁੰਬਈ ਵਿੱਚ ਇਹ ਪ੍ਰਬੰਧ ਲਾਗੂ ਕੀਤਾ, ਜਿਸ ਵਿੱਚ ਕਿਸਾਨਾਂ ਕੋਲੋਂ ਲਗਾਨ ਸਿੱਧਾ ਲਿਆ ਜਾਂਦਾ ਸੀ। ਇਸ ਪ੍ਰਣਾਲੀ ਨੂੰ ਕੀ ਆਖਦੇ ਸਨ? ਉੱਤਰ ਹੈ ਜੀ ਰਈਅਤਵਾੜੀ ਪ੍ਰਬੰਧ। 19ਵੀਂ ਸਦੀ ਵਿੱਚ ਨੀਲ ਦੀ ਖੇਤੀ ਕਿੱਥੇ ਸ਼ੁਰੂ ਕੀਤੀ ਗਈ? ਉੱਤਰ ਹੈ ਜੀ ਬੰਗਾਲ ਅਤੇ ਬਿਹਾਰ। 1866 ਤੋਂ 1868 ਈਸਵੀ ਵਿੱਚ ਬਿਹਾਰ ਚੰਪਾਰਨ ਵਿੱਚ ਇੱਕ ਵਿਦਰੋਹ ਹੋਇਆ। ਇਹ ਕਿਸ ਦੇ ਵਿਰੋਧ ਵਿੱਚ ਸੀ? ਉੱਤਰ ਹੈ ਜੀ ਨੀਲ ਦੀ ਖੇਤੀ ਵਿਰੁੱਧ। ਭੀਲ ਕਬੀਲੇ ਦੇ ਲੋਕ ਕਿਸ ਪ੍ਰਾਂਤ ਨਾਲ ਸੰਬੰਧ ਰੱਖਦੇ ਹਨ? ਉੱਤਰ ਹੈ ਜੀ ਮੱਧ ਪ੍ਰਦੇਸ਼। ਉੜੀਸਾ ਵਿੱਚ ਕਿਸ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਖਿਲਾਫ ਵਿਦਰੋਹ ਕੀਤਾ? ਉੱਤਰ ਹੈ ਜੀ ਗੌਂਡ। ਖਾਸੀਸ ਕਬੀਲੇ ਦਾ ਮੋਢੀ ਕੌਣ ਸੀ? ਉੱਤਰ ਹੈ ਜੀ ਤੀਰਥ ਸਿੰਘ। ਸਿੱਧੂ ਅਤੇ ਕਨਹੂ ਭਰਾਵਾਂ ਨੇ ਅੰਗਰੇਜ਼ਾਂ ਖਿਲਾਫ ਵਿਦਰੋਹ ਵਿੱਚ ਕਿਸ ਕਬੀਲੇ ਦੀ ਅਗਵਾਈ ਕੀਤੀ? ਉੱਤਰ ਹੈ ਜੀ ਸੰਥਾਲ। ਛੋਟਾ ਨਾਗਪੁਰ ਇਲਾਕੇ ਵਿੱਚ ਵਿਦਰੋਹ ਕਿਸ ਦੀ ਅਗਵਾਈ ਵਿੱਚ ਹੋਇਆ? ਉੱਤਰ ਹੈ ਜੀ ਬਿਰਸਾ ਮੁੰਡਾ। ਛੋਟਾ ਨਾਗਪੁਰ ਐਕਟ ਕਿਹੜੇ ਸਨ ਵਿੱਚ ਪਾਸ ਹੋਇਆ? ਉੱਤਰ ਹੈ ਜੀ 1908। ਬਰਤਾਨਵੀ ਸਰਕਾਰ ਨੇ ਕਿੰਨਾਂ ਫਸਲਾਂ ਦੀ ਖੇਤੀ ਲਈ ਕਬਾਇਲੀ ਸਮਾਜ ਦੇ ਲੋਕਾਂ ਦੀ ਜ਼ਮੀਨ 'ਤੇ ਕਬਜ਼ਾ ਕਰ ਲਿਆ? ਉੱਤਰ ਹੈ ਜੀ ਅਫੀਮ ਨੀਲ। ਕਬਾਇਲੀ ਸਮਾਜ ਦੇ ਲੋਕਾਂ ਦੀ ਮੁੱਢਲੀ ਸਮਾਜਿਕ ਇਕਾਈ ਕਿਹੜੀ ਹੈ? ਉੱਤਰ ਹੈ ਜੀ ਪਰਿਵਾਰ। ਅੰਗਰੇਜ਼ਾਂ ਵਿਰੁੱਧ ਪਹਿਲੇ ਕਬਾਇਲੀ ਵਿਦਰੋਹ ਕਦੋਂ ਹੋਇਆ? ਕਿਸ ਕਬੀਲੇ ਵੱਲੋਂ ਹੋਇਆ? ਉੱਤਰ ਹੈ ਜੀ ਕੌਲ ਕਬੀਲਾ। 1820 ਦੇ ਵਿੱਚ ਹੋਇਆ। ਪਟਸਨ ਉਦਯੋਗ ਦਾ ਪਹਿਲਾ ਕਾਰਖਾਨਾ ਕਿੱਥੇ ਖੋਲ੍ਹਿਆ ਗਿਆ? ਉੱਤਰ ਹੈ ਜੀ ਸੈਰਮਪੁਰ। ਭਾਰਤ ਵਿੱਚ ਸੂਤੀ ਕੱਪੜੇ ਦਾ ਪਹਿਲਾ ਕਾਰਖਾਨਾ ਕਿੱਥੇ ਖੋਲ੍ਹਿਆ ਗਿਆ? ਉੱਤਰ ਹੈ ਜੀ ਬੰਬਈ। ਭਾਰਤ ਵਿੱਚ ਅੰਗਰੇਜ਼ਾਂ ਦੁਆਰਾ ਪਹਿਲਾ ਚਾਹ ਦਾ ਬਾਗ ਕਿੱਥੇ ਲਗਾਇਆ ਗਿਆ? ਉੱਤਰ ਹੈ ਜੀ ਅਸਾਮ। ਸਰਕਾਰ ਨੇ ਮਜ਼ਦੂਰਾਂ ਦੀ ਹਾਲਤ ਸੁਧਾਰਨ ਲਈ ਕਿਹੜਾ ਐਕਟ ਪਾਸ ਕੀਤਾ? ਉੱਤਰ ਹੈ ਜੀ ਫੈਕਟਰੀ ਐਕਟ। ਕੌਫੀ ਦਾ ਪਹਿਲਾ ਬਾਗ ਭਾਰਤ ਦੇ ਕਿਸ ਹਿੱਸੇ ਵਿੱਚ ਲਗਾਇਆ ਗਿਆ? ਉੱਤਰ ਹੈ ਜੀ ਦੱਖਣੀ ਹਿੱਸਾ। ਭਾਰਤ ਵਿੱਚ ਜੁਲਾਹਿਆਂ ਨੇ ਕੱਪੜਾ ਬਣਾਉਣ ਲਈ ਸਭ ਤੋਂ ਪਹਿਲਾਂ ਕਿਸ ਰੇਸ਼ੇ ਦੀ ਵਰਤੋਂ ਕੀਤੀ? ਉੱਤਰ ਹੈ ਜੀ ਘਾਹ ਦੇ ਰੇਸ਼ੇ। ਭਾਰਤ ਦੇ ਕਿਸ ਸਥਾਨ ਤੋਂ ਇਹ ਪ੍ਰਮਾਣ ਮਿਲੇ ਕਿ ਸਿੰਧੂ ਘਾਟੀ ਦੇ ਲੋਕਾਂ ਨੂੰ ਕੱਪੜਾ ਬਣਾਉਣ ਦੀ ਜਾਣਕਾਰੀ ਸੀ? ਉੱਤਰ ਹੈ ਜੀ ਹੜੱਪਾ ਅਤੇ ਮੋਹਿੰਜੋਦੜੋ। ਕਿਸ ਅੰਗਰੇਜ਼ ਅਫਸਰ ਨੇ ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰ ਦਿੱਤੀ? ਉੱਤਰ ਹੈ ਜੀ ਲਾਰਡ ਡਲਹੌਜੀ। ਕਿਸ ਅੰਗਰੇਜ਼ ਅਫਸਰ ਨੇ ਕਰ ਮੁਕਤ ਜ਼ਮੀਨਾਂ ਉੱਤੇ ਮੁੜ ਕਰ ਲਗਾ ਦਿੱਤਾ? ਉੱਤਰ ਹੈ ਜੀ ਲਾਰਡ ਵਿਲੀਅਮ ਬੈਂਟਿਕ। ਕਿਸ ਰਿਆਸਤ ਨੂੰ ਭੈੜੇ ਸ਼ਾਸਨ ਦੇ ਪ੍ਰਬੰਧ ਦਾ ਦੋਸ਼ ਲਗਾ ਕੇ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕੀਤਾ ਗਿਆ? ਉੱਤਰ ਹੈ ਜੀ ਅਵਧ। 1857 ਈਸਵੀ ਦੀ ਕ੍ਰਾਂਤੀ ਦਾ ਤਤਕਾਲੀਨ ਕਾਰਨ ਕੀ ਸੀ? ਉੱਤਰ ਹੈ ਜੀ ਚਰਬੀ ਵਾਲੇ ਕਾਰਤੂਸ। ਕਿਸ ਗਵਰਨਰ ਜਨਰਲ ਨੇ ਸਤੀ ਪ੍ਰਥਾ ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ? ਉੱਤਰ ਹੈ ਜੀ ਲਾਰਡ ਵਿਲੀਅਮ ਬੈਂਟਿਕ। 1857 ਈਸਵੀ ਦਾ ਵਿਦਰੋਹ ਕਿਸ ਜਗ੍ਹਾ ਤੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ? ਉੱਤਰ ਹੈ ਜੀ ਬੈਰਕਪੁਰ। 1857 ਈਸਵੀ ਦੇ ਵਿਦਰੋਹ ਤੋਂ ਬਾਅਦ ਗਵਰਨਰ ਜਨਰਲ ਨੂੰ ਕਿਸ ਦੀ ਉਪਾਧੀ ਦਿੱਤੀ ਗਈ? ਉੱਤਰ ਹੈ ਜੀ ਵਾਇਸਰਾਏ। 1857 ਈਸਵੀ ਦੇ ਵਿਦਰੋਹ ਨੂੰ ਕਿਸ ਹੋਰ ਨਾਮ ਨਾਲ ਜਾਣਿਆ ਜਾਂਦਾ ਹੈ? ਉੱਤਰ ਹੈ ਜੀ ਸੈਨਿਕ ਵਿਦਰੋਹ।
ਰਾਣੀ ਲక్ష్ਮੀ ਬਾਈ ਦਾ ਸੰਬੰਧ ਕਿਸ ਸਥਾਨ ਨਾਲ ਹੈ? ਉੱਤਰ ਹੈ ਜੀ ਝਾਂਸੀ। ਰਾਣੀ ਲక్ష్ਮੀ ਬਾਈ ਨੇ 1857 ਦੇ ਵਿਦਰੋਹ 'ਚ ਕਿਉਂ ਭਾਗ ਲਿਆ? ਲੈਪਸ ਦੀ ਨੀਤੀ ਕਾਰਨ। ਕਿਸ ਰਾਜ ਵਿੱਚ 1857 ਦਾ ਵਿਦਰੋਹ ਨਹੀਂ ਫੈਲਿਆ? ਉੱਤਰ ਹੈ ਜੀ ਅਰੁਣਾਚਲ ਪ੍ਰਦੇਸ਼। ਭਾਰਤ ਦੇ ਸੰਵਿਧਾਨ ਨੂੰ ਬਣਾਉਣ ਵਿੱਚ ਕਿੰਨਾ ਸਮਾਂ ਲੱਗਿਆ? ਉੱਤਰ ਹੈ ਜੀ 2 ਸਾਲ 11 ਮਹੀਨੇ 18 ਦਿਨ। ਭਾਰਤ ਕਦੋਂ ਪੂਰਨ ਰੂਪ ਵਿੱਚ ਪ੍ਰਭੂਸੱਤਾ ਸੰਪੰਨ ਲੋਕਤੰਤਰੀ ਗਣਰਾਜ ਬਣ ਗਿਆ? ਉੱਤਰ ਹੈ ਜੀ 26 ਜਨਵਰੀ 1950। ਮਸੌਦਾ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਸੀ? ਉੱਤਰ ਹੈ ਜੀ 7। ਕਾਂਗਰਸ ਨੇ ਪੂਰਨ ਸਵਰਾਜ ਦਾ ਮਤਾ ਕਦੋਂ ਪਾਸ ਕੀਤਾ? 31 ਦਸੰਬਰ 1929 ਨੂੰ। ਮਹਾਤਮਾ ਗਾਂਧੀ ਦੁਆਰਾ 1920 ਵਿੱਚ ਕਿਹੜਾ ਅੰਦੋਲਨ ਚਲਾਇਆ ਗਿਆ ਸੀ? ਉੱਤਰ ਹੈ ਜੀ ਨਾ ਮਿਲਵਰਤਨ ਅੰਦੋਲਨ। ਮਹਾਤਮਾ ਗਾਂਧੀ ਨੇ ਕਿਸ ਸਥਾਨ ਤੇ ਨਮਕ ਕਾਨੂੰਨ ਤੋੜਿਆ? ਉੱਤਰ ਹੈ ਜੀ ਡਾਂਡੀ। ਮਸੌਦਾ ਕਮੇਟੀ ਦਾ ਪ੍ਰਧਾਨ ਕੌਣ ਸੀ? ਉੱਤਰ ਹੈ ਜੀ ਡਾਕਟਰ ਭੀਮ ਰਾਓ ਅੰਬੇਦਕਰ। ਸੰਵਿਧਾਨ ਸਭਾ ਦੇ ਕੁੱਲ ਕਿੰਨੇ ਸਮਾਗਮ ਹੋਏ? ਉੱਤਰ ਹੈ ਜੀ 11। ਪੂਰਨ ਸਵਰਾਜ ਦਾ ਮਤਾ ਕਿਸ ਨਦੀ ਦੇ ਕੰਢੇ ਤੇ ਪਾਸ ਕੀਤਾ ਗਿਆ? ਉੱਤਰ ਹੈ ਜੀ ਰਾਵੀ। ਪੂਰਨ ਸਵਰਾਜ ਦੇ ਮਤੇ ਵਿੱਚ ਕਿਸ ਤਾਰੀਖ ਨੂੰ ਪੂਰੇ ਭਾਰਤ ਵਿੱਚ ਸੁਤੰਤਰਤਾ ਦਿਵਸ ਨੂੰ ਮਨਾਉਣ ਦੀ ਘੋਸ਼ਣਾ ਕੀਤੀ ਗਈ? ਉੱਤਰ ਹੈ ਜੀ 26 ਜਨਵਰੀ 1930। ਕਾਨੂੰਨ ਲਾਗੂ ਕਰਵਾਉਣ ਦਾ ਕੰਮ ਸਰਕਾਰ ਦੇ ਕਿਹੜੇ ਅੰਗ ਦੁਆਰਾ ਕੀਤਾ ਜਾਂਦਾ ਹੈ? ਉੱਤਰ ਹੈ ਜੀ ਨਿਆਂਪਾਲਿਕਾ। ਭਾਰਤ ਛੱਡੋ ਅੰਦੋਲਨ ਕਿਹੜੇ ਸਾਲ ਵਿੱਚ ਹੋਇਆ ਸੀ? ਉੱਤਰ ਹੈ ਜੀ 1942। ਮੌਲਿਕ ਅਧਿਕਾਰ ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਹਨ? ਉੱਤਰ ਹੈ ਜੀ ਤੀਸਰਾ ਭਾਗ। ਉਹ ਕਿਹੜਾ ਨਿਆਂ ਹੈ ਜਿਸ ਕਰਕੇ ਹਰ ਇੱਕ ਨੂੰ ਰੋਜੀ ਰੋਟੀ ਕਮਾਉਣ ਅਤੇ ਬਰਾਬਰ ਮਜ਼ਦੂਰੀ ਲੈਣ ਦਾ ਅਧਿਕਾਰ ਹੈ? ਉੱਤਰ ਹੈ ਜੀ ਆਰਥਿਕ ਨਿਆਂ। ਇਸ ਦੇ 1905 ਤੋਂ ਲੈ ਕੇ 1947 ਤੱਕ ਭਾਰਤੀ ਆਜ਼ਾਦੀ ਸੰਗਰਾਮ ਨਾਲ ਜੁੜੀਆਂ ਜਿੰਨੀਆਂ ਵੀ ਮਹੱਤਵਪੂਰਨ ਘਟਨਾਵਾਂ ਨੇ ਸਾਰਿਆਂ ਬਾਰੇ ਗੱਲ ਕਰਾਂਗੇ। ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਘਟਨਾ ਦੇ ਨਾਲ। 1905 ਬੰਗਾਲ ਦੀ ਵੰਡ। ਬੰਗਾਲ ਦੀ ਵੰਡ 1905 ਦੇ ਵਿੱਚ ਹੁੰਦੀ ਹੈ ਤੇ ਲਾਰਡ ਕਰਜ਼ਨ ਇਸ ਨੇ ਬੰਗਾਲ ਦੀ ਵੰਡ ਕਰਵਾਈ ਸੀ, ਜਿਹਦੇ ਵਿੱਚ ਹਿੰਦੂ ਤੇ ਮੁਸਲਮਾਨਾਂ ਵਾਸਤੇ ਅਲੱਗ-ਅਲੱਗ ਰਾਜ ਬਣਾ ਦਿੱਤੇ ਗਏ। ਉਸ ਤੋਂ ਬਾਅਦ ਬੰਗਾਲ ਦੀ ਵੰਡ ਦੇ ਵਿਰੋਧ ਦੇ ਵਿੱਚ ਸਵਦੇਸ਼ੀ ਅੰਦੋਲਨ ਸ਼ੁਰੂ ਹੋਇਆ। 1905 ਦੇ ਵਿੱਚ ਹੀ ਸਵਦੇਸ਼ੀ ਅੰਦੋਲਨ ਸ਼ੁਰੂ ਹੋਇਆ, ਜਿਹਦੇ ਵਿੱਚ ਅੰਗਰੇਜ਼ੀ ਵਸਤਾਂ ਦਾ ਬਾਈਕਾਟ ਕੀਤਾ ਗਿਆ। ਉਸ ਤੋਂ ਬਾਅਦ 1906 ਆਉਂਦਾ ਹੈ ਜੀ। 1906 ਦੇ ਵਿੱਚ ਮੁਸਲਿਮ ਲੀਗ ਦਾ ਗਠਨ ਹੋਇਆ। ਮੁਸਲਿਮ ਲੀਗ ਦਾ ਗਠਨ ਕਰਨ ਵਾਲੇ ਜਿਹੜੇ ਪ੍ਰਮੁੱਖ ਇਨਸਾਨ ਸਨ ਉਹਨਾਂ ਦੇ ਵਿੱਚ ਮੁਹੰਮਦ ਅਲੀ ਜਿਨਾ, ਆਗਾ ਖਾਨ ਤੀਜਾ, ਖਵਾਜਾ ਸਲੀਮੁੱਲਾ ਆਦਿ ਸਨ। ਉਸ ਤੋਂ ਬਾਅਦ 1907 ਆਉਂਦਾ ਹੈ ਜੀ। 1907 ਦੇ ਵਿੱਚ ਸੂਰਤ ਦੇ ਵਿੱਚ ਕਾਂਗਰਸ ਦਾ ਸੈਸ਼ਨ ਹੁੰਦਾ ਹੈ, ਜਿਹਦੇ ਵਿੱਚ ਕਾਂਗਰਸ 2 ਧੜਿਆਂ ਦੇ ਵਿੱਚ ਵੰਡੀ ਜਾਂਦੀ ਹੈ, ਜਿਹਨੂੰ ਆਪਾਂ ਗਰਮ ਦਲ ਤੇ ਨਰਮ ਦਲ ਦੇ ਨਾਂ ਨਾਲ ਜਾਣਦੇ ਹਾਂ। ਗਰਮ ਦਲ ਦੇ ਮਹੱਤਵਪੂਰਨ ਨੇਤਾ ਲਾਲਾ ਲਾਜਪਤ ਰਾਏ, ਬਾਲ ਗੰਗਾਧਰ ਤਿਲਕ, ਬਿਪਨ ਚੰਦਰ ਪਾਲ ਅਤੇ ਅਰਬਿੰਦੋ ਘੋਸ਼ ਸਨ। ਉਸ ਤੋਂ ਬਾਅਦ ਮਿੰਟੂ ਮੋਰਲੇ ਸੁਧਾਰ 1909 ਦੇ ਵਿੱਚ ਹੁੰਦਾ ਹੈ। 1909 ਦੇ ਵਿੱਚ ਮਿੰਟੂ ਮੋਰਲੇ ਰਿਫਾਰਮ ਹੁੰਦਾ, ਜਿਹਦੇ ਵਿੱਚ ਲਾਰਡ ਮਿੰਟੋ ਜਿਹੜਾ ਗਵਰਨਰ ਜਨਰਲ ਸੀ ਇੰਡੀਆ ਦਾ, ਉਹਨੇ ਮੁਸਲਮਾਨਾਂ ਦੇ ਲਈ ਵੱਖਰੇ ਇਲੈਕਟੋਰ ਜਾਂ ਵੱਖਰੇ ਵੋਟਰਾਂ ਦੀ ਜਾਣ ਪਛਾਣ ਕੀਤੀ ਗਈ ਮਿੰਟੂ ਮੋਰਲੇ ਸੁਧਾਰ ਦੇ ਵਿੱਚ। ਇਹਦੇ ਨਾਲ ਵੀ ਹਿੰਦੂ ਤੇ ਮੁਸਲਮਾਨਾਂ ਦੇ ਵਿੱਚ ਜਿਹੜਾ ਪਾੜ ਸੀ ਹੋਰ ਵਧਿਆ। ਉਸ ਤੋਂ ਬਾਅਦ 1911 ਆਉਂਦਾ ਜੀ। 1911 ਦੇ ਵਿੱਚ ਬੰਗਾਲ ਨੂੰ ਫਿਰ ਜੋੜ ਕੇ ਇੱਕ ਕਰ ਦਿਆ ਜਾਂਦਾ ਹੈ। ਜਿਹੜਾ ਸਵਦੇਸ਼ੀ ਅੰਦੋਲਨ ਸੀ ਉਹਦੇ ਕਰਕੇ ਬੰਗਾਲ ਨੂੰ ਫਿਰ ਜੋੜ ਕੇ ਇੱਕ ਕੀਤਾ ਗਿਆ ਜੀ। 1911 ਦੇ ਵਿੱਚ ਬੰਗਾਲ ਨੂੰ ਫਿਰ ਰੀਯੂਨਾਈਟ ਕੀਤਾ ਗਿਆ। ਉਸ ਤੋਂ ਬਾਅਦ 1913 ਆਉਂਦਾ ਜੀ। 1913 ਦੇ ਵਿੱਚ ਗਦਰ ਪਾਰਟੀ ਐਸਟੈਬਲਿਸ਼ ਹੁੰਦੀ ਹੈ। ਗਦਰ ਪਾਰਟੀ ਨੂੰ ਲਾਲਾ ਹਰਦਿਆਲ, ਤਰਕਨਾਥ ਦਾਸ ਤੇ ਸੋਹਨਦਾਸ ਭਕਨਾ ਇਹਨਾਂ ਦੁਆਰਾ ਸੈਨ ਫਰਾਂਸਿਸਕੋ ਦੇ ਵਿੱਚ ਇਹਨਾਂ ਦਾ ਮੁੱਖ ਦਫ਼ਤਰ ਹੁੰਦਾ ਹੈ ਗਦਰ ਪਾਰਟੀ ਦਾ। ਉਸ ਤੋਂ ਬਾਅਦ 1914 ਹੁੰਦਾ ਹੈ ਜੀ। 1914 ਦੇ ਵਿੱਚ ਕਾਮਾਗਾਟਾ ਮਾਰੂ ਕਾਂਡ ਹੁੰਦਾ ਹੈ। ਕਾਮਾਗਾਟਾ ਮਾਰੂ ਜਿਹੜਾ ਇੱਕ ਜਹਾਜ਼ ਸੀ, ਜਿਹੜਾ ਇੱਕ ਜਾਪਾਨੀ ਜਹਾਜ਼ ਸੀ, ਜਿਹਦੇ ਵਿੱਚ 370 ਯਾਤਰੀ ਸਵਾਰ ਸਨ, ਤੇ ਇਹ ਜਿਹੜਾ ਸਿੰਗਾਪੁਰ ਤੋਂ ਵੈਨਕੂਵਰ ਜਾਂਦਾ ਹੈ ਜਹਾਜ਼, ਜਿੱਥੇ ਇਹਨਾਂ ਨੂੰ ਪਾਰਕ ਨਹੀਂ ਕਰਨ ਦਿੱਤਾ ਜਾਂਦਾ, ਜਾਂ ਕਹ ਲਓ ਜਹਾਜ਼ ਨੂੰ ਲੈਂਡ ਨਹੀਂ ਕਰਨ ਦਿੱਤਾ ਜਾਂਦਾ, ਜਿਹਦੇ ਕਰਕੇ ਇਹ ਵਾਪਸ ਆਉਂਦਾ। ਤੇ ਜਦੋਂ ਇਹ ਵਾਪਸ ਕਲਕੱਤਾ ਪਹੁੰਚਦਾ ਹੈ ਤੇ ਉੱਥੇ ਅੰਗਰੇਜ਼ ਸਰਕਾਰ ਜਿਹੜੀ ਹੈ ਉਹ ਇਹਦੇ ਜਿਹੜੇ ਜਹਾਜ਼ ਦੇ ਯਾਤਰੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਦੀ ਹੈ, ਜਿਹਦੇ ਵਿੱਚ 22 ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਆਉਂਦਾ ਜੀ ਲਖਨਊ ਸੈਸ਼ਨ। ਲਖਨਊ ਸੈਸ਼ਨ 1916 ਦੇ ਵਿੱਚ ਹੁੰਦਾ। ਇਹਦੇ ਵਿੱਚ ਨਰਮ ਦਲ ਤੇ ਗਰਮ ਦਲ ਦੇ ਨੇਤਾ ਫਿਰ ਤੋਂ ਇਕੱਠੇ ਹੋ ਜਾਂਦੇ ਨੇ, ਜਿਹਦੇ ਵਿੱਚ ਕਾਂਗਰਸ ਤੇ ਮੁਸਲਿਮ ਲੀਗ ਜਿਹੜੇ ਪਹਿਲਾਂ ਵੱਖੋ ਵੱਖਰੇ ਹੋ ਗਏ ਸਨ ਉਹ ਇੱਕ ਦੂਜੇ ਦੇ ਨੇੜੇ ਆ ਜਾਂਦੇ ਨੇ। ਇਸ ਕਰਕੇ ਅਸੀਂ ਇਹਨੂੰ ਲਖਨਊ ਸਮਝੌਤੇ ਦੇ ਨਾਂ ਨਾਲ ਵੀ ਜਾਣਦੇ ਹਾਂ। ਉਸ ਤੋਂ ਬਾਅਦ ਆਉਂਦਾ 1916 ਦੇ ਵਿੱਚ ਹੀ ਹੋਮ ਰੂਲ ਲੀਗ ਅੰਦੋਲਨ ਦਾ ਸ਼ੁਰੂਆਤ ਹੁੰਦੀ ਹੈ। ਇਹ ਜਿਹੜੀ ਕਾਂਗਰਸ ਦੀ ਐਨੀ ਬੈਸੇਟ ਸੀ, ਇਹਨੇ ਆਇਰਲੈਂਡ ਦੀ ਹੋਮ ਰੂਲ ਲੀਗ ਦੀ ਨੈਸ਼ਨਲ ਮੂਵਮੈਂਟ ਦੀ ਤਰਜ਼ ਤੇ ਹੀ ਰਾਜ ਗ੍ਰਹਿ ਅੰਦੋਲਨ ਦਾ ਫੈਸਲਾ ਕੀਤਾ। ਠੀਕ ਹੈ ਜੀ। ਉਸ ਤੋਂ ਬਾਅਦ 1915 ਆਉਂਦਾ ਜੀ। 1915 ਦੇ ਵਿੱਚ ਗਾਂਧੀ ਜੀ ਸਾਊਥ ਅਫਰੀਕਾ ਤੋਂ ਭਾਰਤ ਵਾਪਸ ਆਉਂਦੇ ਨੇ। ਦੱਖਣੀ ਅਫਰੀਕਾ ਦੇ ਵਿੱਚ ਲਗਭਗ ਉਹ 20 ਸਾਲ ਰਹਿੰਦੇ ਨੇ। ਉਸ ਤੋਂ ਬਾਅਦ ਭਾਰਤ ਆਉਣ ਤੋਂ ਬਾਅਦ 1915 ਤੋਂ ਬਾਅਦ ਜਿਹੜੀ ਰਾਜਨੀਤੀ ਉਹਦੇ ਵਿੱਚ ਗਾਂਧੀ ਜੀ ਦਾ ਮਹੱਤਵਪੂਰਨ ਯੋਗਦਾਨ ਹੈ। ਸਭ ਤੋਂ ਪਹਿਲਾਂ ਹੁੰਦਾ ਚੰਪਾਰਨ ਸੱਤਿਆਗ੍ਰਹਿ 1917 ਦੇ ਵਿੱਚ।
ਚੰਪਾਰਨ ਸੱਤਿਆਗ੍ਰਹਿ ਦੇ ਵਿੱਚ ਕੀ ਹੁੰਦਾ ਹੈ? ਆਜ਼ਾਦੀ ਸੰਗਰਾਮ ਵਿੱਚ ਗਾਂਧੀ ਦੁਆਰਾ ਪਹਿਲੀ ਨਾਗਰਿਕ ਅਵਗਿਆ ਲਹਿਰ ਸੀ। ਰਾਜਕੁਮਾਰ ਸ਼ੁਕਲਾ ਇੱਕ ਨਦੀ ਦੇ ਕਾਸ਼ਤਕਾਰ ਦੁਆਰਾ ਪ੍ਰੇਰਿਤ ਗਾਂਧੀ ਬਿਹਾਰ ਦੇ ਚੰਪਾਰਨ ਵਿੱਚ ਉੱਥੇ ਦੇ ਕਿਸਾਨਾਂ ਦੀ ਸਥਿਤੀਆਂ ਦੀ ਜਾਂਚ ਕਰਨ ਜਾਂਦੇ ਨੇ ਚੰਪਾਰਨ ਸੱਤਿਆਗ੍ਰਹਿ ਦੇ ਵਿੱਚ। ਉਸ ਤੋਂ ਬਾਅਦ ਹੁੰਦਾ ਜੀ ਖੇੜਾ ਸੱਤਿਆਗ੍ਰਹਿ। ਖੇੜਾ ਸੱਤਿਆਗ੍ਰਹਿ 1918 ਦੇ ਵਿੱਚ ਹੁੰਦਾ। ਸਰਦਾਰ ਵੱਲਭ ਭਾਈ ਪਟੇਲ ਗਾਂਧੀ ਦੀ ਅਗਵਾਈ ਹੇਠ ਕਾਲ ਦੀ ਮਾਰ ਹੇਠ ਟੈਕਸ ਵਸੂਲਣ ਦੇ ਵਿਰੋਧ ਵਿੱਚ ਕਿਸਾਨਾਂ ਦੀ ਅਗਵਾਈ ਕਰਦੇ ਨੇ। ਉਸ ਤੋਂ ਬਾਅਦ ਅਹਿਮਦਾਬਾਦ ਮਿਲ ਹੜਤਾਲ 1918 ਦੇ ਵਿੱਚ ਹੁੰਦੀ ਹੈ। ਫਿਰ ਹੁੰਦਾ ਹੈ ਜੀ ਰੋਲ ਟੈਕਟ ਪਾਸ ਹੁੰਦਾ ਹੈ ਜੀ 1919 ਦੇ ਵਿੱਚ, ਜਿਹਦੇ ਵਿੱਚ ਨਾ ਦਲੀਲ ਤੇ ਨਾ ਅਪੀਲ ਕਿਸੇ ਵੀ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕਰਨ ਦੀ ਜਿਹੜੀ ਰੂਲ ਬਣਾ ਦਿੱਤਾ ਗਿਆ ਸੀ। ਠੀਕ ਹੈ ਜੀ, ਇਹ ਰੋਲ ਟੈਕਟ ਪਾਸ ਹੋ ਜਾਂਦਾ। ਰੋਲ ਟੈਕਟ ਤੋਂ ਬਾਅਦ ਫਿਰ ਜਲਿਆਂਵਾਲੇ ਬਾਗ ਦਾ ਕਤਲੇਆਮ ਹੁੰਦਾ ਜੀ 13 ਅਪ੍ਰੈਲ 1919 ਨੂੰ, ਵਿਸਾਖੀ ਵਾਲੇ ਦਿਨ ਜਲਿਆਂਵਾਲੇ ਬਾਗ ਦਾ ਕਤਲੇਆਮ ਹੁੰਦਾ, ਜਿਹਦੇ ਜਨਰਲ ਉਡਵਾਇਰ ਨੇ ਨਿਹੱਥੇ ਲੋਕਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸੀ। ਠੀਕ ਹੈ, ਉਸ ਤੋਂ ਬਾਅਦ 1920 ਆਉਂਦਾ। 1920 ਦੇ ਵਿੱਚ ਹੁੰਦਾ ਜੀ ਖਿਲਾਫਤ ਅੰਦੋਲਨ। 1920 ਦੇ ਵਿੱਚ ਖਿਲਾਫਤ ਅੰਦੋਲਨ ਹੁੰਦਾ। ਇਹਦਾ ਕਾਰਨ ਕੀ ਸੀ? ਖਿਲਾਫਤ ਅੰਦੋਲਨ ਦਾ ਮੁੱਖ ਕਾਰਨ ਵਿਸ਼ਵ ਯੁੱਧ ਵਿੱਚ ਤੁਰਕੀ ਦੀ ਹਾਰ ਸੀ। ਸਾਰੀ ਲਹਿਰ ਮੁਸਲਿਮ ਵਿਸ਼ਵਾਸ ਉੱਤੇ ਆਧਾਰਿਤ ਸੀ। ਤੁਰਕੀ ਦਾ ਸੁਲਤਾਨ ਜਿਹੜਾ ਮੁਸਲਮਾਨਾਂ ਦਾ ਧਾਰਮਿਕ ਲਗਭਗ ਆਗੂ ਸੀ। ਠੀਕ ਹੈ, ਖਿਲਾਫਤ ਅੰਦੋਲਨ 1920 ਦੇ ਵਿੱਚ ਜਿਹੜੀ ਮਹਾਤਮਾ ਗਾਂਧੀ ਨੇ ਨਾਮ ਮਿਲਵਰਤਨ ਲਹਿਰ ਚਲਾਈ ਸੀ, ਉਹਦੇ ਨਾਲ ਇਹ ਰਲ ਜਾਂਦਾ ਹੈ। ਖਿਲਾਫਤ ਅੰਦੋਲਨ ਤੇ ਨਾਮ ਮਿਲਵਰਤਨ ਲਹਿਰ ਵੀ ਲਗਭਗ ਇਕੱਠੇ ਸ਼ੁਰੂ ਹੋ ਜਾਂਦੇ ਨੇ। 1920 ਤੋਂ ਲੈ ਕੇ 1922 ਤੱਕ ਅਸਹਿਯੋਗ ਅੰਦੋਲਨ, ਜਿਹਨੂੰ ਅਸੀਂ ਨਾਮ ਮਿਲਵਰਤਨ ਲਹਿਰ ਦੇ ਨਾਂ ਨਾਲ ਵੀ ਜਾਣਦੇ ਹਾਂ, ਇਹ ਸ਼ੁਰੂ ਹੁੰਦਾ ਜੀ। ਠੀਕ ਹੈ, ਇਹ 1920 ਦੇ ਨਾਗਪੁਰ ਸੈਸ਼ਨ ਦੇ ਵਿੱਚ ਨਾਮ ਮਿਲਵਰਤਨ ਲਹਿਰ ਗਾਂਧੀ ਜੀ ਦੁਆਰਾ ਚਲਾਈ ਜਾਂਦੀ ਹੈ। ਤੇ ਇਹ ਜਿਹੜੀ ਲਹਿਰ ਹੈ 1922 11 ਫਰਵਰੀ 1922 ਨੂੰ ਚੋਰਾਚਾਰੀ ਦੀ ਜਿਹੜੀ ਘਟਨਾ ਹੁੰਦੀ ਹੈ, ਜਿਹਦੇ ਵਿੱਚ ਇੱਕ ਭੀੜ ਜਿਹੜੀ ਹੈ ਉਹ ਕਿਸੇ ਪੁਲਿਸ ਸਟੇਸ਼ਨ ਨੂੰ ਅੱਗ ਲਗਾ ਦਿੰਦੀ ਹੈ। ਉਸ ਘਟਨਾ ਤੋਂ ਬਾਅਦ ਜਿਹੜਾ ਨਾਮ ਮਿਲਵਰਤਨ ਲਹਿਰ ਸੀ ਜਾਂ ਅਸਹਿਯੋਗ ਅੰਦੋਲਨ ਸੀ ਉਹ ਵਾਪਸ ਲੈ ਲਿਆ ਜਾਂਦਾ। ਉਸ ਤੋਂ ਬਾਅਦ ਅਸਹਿਯੋਗ ਅੰਦੋਲਨ ਨੂੰ ਜਦੋਂ ਵਾਪਸ ਲਿਆ ਜਾਂਦਾ ਤਾਂ ਇਹਦੇ ਵਿਰੋਧ ਦੇ ਵਿੱਚ ਜਦੋਂ 1922 ਦੇ ਵਿੱਚ ਗਿਆ ਦਾ ਸੈਸ਼ਨ, ਕਾਂਗਰਸ ਦਾ ਗਿਆ ਸੈਸ਼ਨ ਹੁੰਦਾ, ਉਹਦੇ ਵਿੱਚ ਕਾਂਗਰਸ ਟੁੱਟ ਜਾਂਦੀ ਹੈ, ਜਿਹਦੇ ਵਿੱਚ ਮੋਤੀ ਲਾਲ ਨਹਿਰੂ ਤੇ ਚਿਤਰੰਜਨ ਦਾਸ ਵਰਗੇ ਨੇਤਾ ਆਪਣੀ ਇੱਕ ਨਵੀਂ ਪਾਰਟੀ, ਜਿਹਨੂੰ ਸਵਰਾਜ ਪਾਰਟੀ ਕਹਿੰਦੇ ਨੇ, ਉਹਦਾ ਗਠਨ ਕਰ ਦਿੰਦੇ ਨੇ। ਠੀਕ ਹੈ ਜੀ, ਉਸ ਤੋਂ ਬਾਅਦ 1927 ਆਉਂਦਾ ਜੀ। 1927 ਦੇ ਵਿੱਚ ਸਾਈਮਨ ਕਮਿਸ਼ਨ ਆਉਂਦਾ, ਸਾਈਮਨ ਗੋ ਬੈਕ, ਇਹਦੇ ਬਾਰੇ ਤੁਸੀਂ ਜਾਣਦੇ ਹੋ ਕਿ ਨਾਅਰੇ ਲਗਾਏ ਜਾਂਦੇ ਨੇ। ਠੀਕ ਹੈ ਜੀ, 1927 ਦੇ ਵਿੱਚ ਬ੍ਰਿਟਿਸ਼ ਰਾਜ ਦਾ ਸਾਈਮਨ ਕਮਿਸ਼ਨ ਇੰਡੀਆ ਆਉਂਦਾ। ਠੀਕ ਹੈ, ਤੇ ਉਸ ਤੋਂ ਬਾਅਦ 1928 ਦੇ ਵਿੱਚ ਨਹਿਰੂ ਰਿਪੋਰਟ ਆਉਂਦੀ ਹੈ ਜੀ। ਫਿਰ ਆਉਂਦਾ ਹੈ ਜੀ ਸਿਵਲ ਨਾਫਰਮਾਨੀ ਅੰਦੋਲਨ 1930 ਤੋਂ ਲੈ ਕੇ 1934 ਤੱਕ ਇਹ ਚੱਲਦਾ। ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਹੇਠ ਲਾਹੌਰ ਸੈਸ਼ਨ ਜਿਹੜਾ ਕਾਂਗਰਸ ਦਾ ਹੁੰਦਾ, ਉਹਦੇ ਵਿੱਚ ਪੂਰਨ ਸਵਰਾਜ ਦਾ ਮਤਾ ਪਾਸ ਕਰ ਲਿਆ ਜਾਂਦਾ। ਇਸ ਤੋਂ ਇਲਾਵਾ ਕਿਉਂਕਿ ਸਰਕਾਰ ਨਹਿਰੂ ਦੀ ਰਿਪੋਰਟ ਨੂੰ ਸਵੀਕਾਰ ਨਹੀਂ ਕਰਦੀ, ਜਿਹਦੇ ਕਰਕੇ ਕਾਂਗਰਸ ਨੇ ਸਿਵਲ ਨਾਫਰਮਾਨੀ ਅੰਦੋਲਨ ਦਾ ਸੱਦਾ ਦਿੱਤਾ ਗਿਆ ਸੀ। ਉਸ ਤੋਂ ਬਾਅਦ 1930 ਦੇ ਵਿੱਚ ਡਾਂਡੀ ਮਾਰਚ ਸ਼ੁਰੂ ਕੀਤਾ ਜਾਂਦਾ। ਡਾਂਡੀ ਮਾਰਚ ਦੇ ਵਿੱਚ ਕੀ ਹੈ? ਇਹ ਜਿਹੜਾ ਸਿਵਲ ਨਾਫਰਮਾਨੀ ਅੰਦੋਲਨ ਹੈ, ਇਹਦੇ ਵਿੱਚ ਹੀ ਪਾਰਟ ਨੇ। ਜਿਹੜਾ ਡਾਂਡੀ ਮਾਰਚ ਦੇ ਵਿੱਚ ਲੂਣ ਦਾ ਜਿਹੜਾ ਕਾਨੂੰਨ ਸੀ ਕਿ ਲੂਣ ਕੋਈ ਬਣਾ ਨਹੀਂ ਸਕਦਾ, ਇਹਨੂੰ ਤੋੜਨ ਵਾਸਤੇ ਡਾਂਡੀ ਮਾਰਚ ਸ਼ੁਰੂ ਕੀਤਾ ਗਿਆ। ਠੀਕ ਹੈ ਜੀ, ਤੇ 6 ਅਪ੍ਰੈਲ ਨੂੰ ਲੂਣ ਦਾ ਕਾਨੂੰਨ ਨੂੰ ਤੋੜਦਿਆਂ ਸਿਵਲ ਨਾਫਰਮਾਨੀ ਲਹਿਰ ਦੀ ਰਸਮੀ ਸ਼ੁਰੂਆਤ ਕੀਤੀ ਗਈ ਸੀ 1930 ਦੇ ਵਿੱਚ। ਉਸ ਤੋਂ ਬਾਅਦ ਗੋਲ ਟੇਬਲ ਕਾਨਫਰੰਸ, ਇਹ ਜੇ ਲੰਡਨ ਦੇ ਵਿੱਚ ਆਯੋਜਿਤ ਕੀਤੀ ਗਈ ਸੀ ਸਭ ਤੋਂ ਪਹਿਲੀ, ਇਹਦੇ ਵਿੱਚ ਕਾਂਗਰਸ ਨੇ ਹਿੱਸਾ ਨਹੀਂ ਸੀ ਲਿਆ। ਉਸ ਤੋਂ ਬਾਅਦ 1931 ਦੇ ਵਿੱਚ ਦੂਸਰੀ ਗੋਲ ਟੇਬਲ ਕਾਨਫਰੰਸ ਹੁੰਦੀ ਹੈ, ਜਿਹਦੇ ਵਿੱਚ ਸਰਕਾਰ ਨੇ ਕਾਂਗਰਸ ਪਾਰਟੀ ਤੋਂ ਰੋਕ ਹਟਾ ਦਿੱਤੀ ਸੀ, ਇਸ ਦੇ ਨੇਤਾਵਾਂ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਸੀ। ਠੀਕ ਹੈ, 8 ਮਾਰਚ 1931 ਨੂੰ ਗਾਂਧੀ ਇਰਵਿਨ ਸਮਝੌਤੇ ਤੇ ਹਸਤਾਖਰ ਹੁੰਦੇ ਨੇ। ਇਸ ਸਮਝੌਤੇ ਦੇ ਅਨੁਸਾਰ ਮਹਾਤਮਾ ਗਾਂਧੀ ਸਿਵਲ ਨਾਫਰਮਾਨੀ ਅੰਦੋਲਨ ਨੂੰ ਮੁਅੱਤਲ ਕਰ ਦਿੰਦੇ ਨੇ ਤੇ ਦੂਜੀ ਗੋਲ ਮੇਜ਼ ਟੇਬਲ ਕਾਨਫਰੰਸ ਦੇ ਵਿੱਚ ਹਿੱਸਾ ਲੈਣ ਲਈ ਸਹਿਮਤ ਹੋ ਜਾਂਦੇ ਨੇ। ਉਸ ਤੋਂ ਬਾਅਦ 1932 ਆਉਂਦਾ ਜੀ। ਇਹਦੇ ਵਿੱਚ ਕਮਿਊਨਲ ਅਵਾਰਡਸ, ਸੰਪਰਦਾਇਕ ਅਵਾਰਡਸ, ਠੀਕ ਹੈ, ਇਹਦੀ ਗੱਲ ਹੁੰਦੀ ਹੈ, ਜਿਹਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਜਿਹੜੇ ਬਹੁਤ ਹੀ ਉਦਾਸ ਵਰਗ ਨੇ ਉਹਨਾਂ ਨੂੰ ਘੱਟ ਗਿਣਤੀਆਂ ਵਜੋਂ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਵਾਸਤੇ ਕੁਝ ਸੀਟਾਂ ਰਾਖਵੀਆਂ ਕਰ ਦਿੱਤੀਆਂ ਜਾਂਦੀਆਂ ਨੇ। ਗਾਂਧੀ ਜੀ ਇਹਦਾ ਵਿਰੋਧ ਕਰਦੇ ਨੇ। ਠੀਕ ਹੈ ਜੀ, ਇਹ ਕਮਿਊਨਲ ਅਵਾਰਡ 1932 ਦੇ ਵਿੱਚ ਹੁੰਦੇ ਨੇ। ਇਹਨੂੰ ਰਾਮਸੇ ਮੈਕਡੋਨਲਡ ਦੁਆਰਾ ਅਗਸਤ 1932 ਦੇ ਵਿੱਚ ਇਹਨਾਂ ਦੀ ਘੋਸ਼ਣਾ ਕੀਤੀ ਗਈ ਸੀ। ਫਿਰ 1932 ਦੇ ਵਿੱਚ ਹੀ ਪੂਨਾ ਪੈਕ, ਜਿਹਨੂੰ ਆਪਾਂ ਪੂਨਾ ਸਮਝੌਤਾ ਦੇ ਨਾਂ ਨਾਲ ਵੀ ਜਾਣਦੇ ਹਾਂ, ਇਹ ਸ਼ੁਰੂ ਹੁੰਦਾ ਜੀ। ਮਹਾਤਮਾ ਗਾਂਧੀ ਨੇ ਕਮਿਊਨਲ ਅਵਾਰਡ ਦਾ ਵਿਰੋਧ ਕੀਤਾ ਸੀ ਅਤੇ 20 ਸਤੰਬਰ 1932 ਨੂੰ ਜਰਵਦਾ ਜੇਲ੍ਹ ਵਿੱਚ ਮਰਨ ਵਰਤੇ ਬੈਠ ਗਏ ਸਨ। ਆਖਰਕਾਰ ਗਾਂਧੀ
ਜੀ ਅਤੇ ਡਾਕਟਰ ਅੰਬੇਦਕਰ ਵਿਚਲਾ ਸਮਝੌਤਾ ਹੁੰਦਾ, ਜਿਹਨੂੰ ਆਪਾਂ ਪੂਨਾ ਸਮਝੌਤਾ ਦੇ ਵਜੋਂ ਵੀ ਜਾਣਦੇ ਹਾਂ। ਫਿਰ ਹੁੰਦਾ ਜੀ ਤੀਜੀ ਗੋਲ ਮੇਜ਼ ਕਾਨਫਰੰਸ, ਇਹ ਵੀ 1932 ਦੇ ਵਿੱਚ ਹੀ ਹੁੰਦੀ ਹੈ। ਕਾਂਗਰਸ ਇਹਦੇ ਵਿੱਚ ਫਿਰ ਹਿੱਸਾ ਨਹੀਂ ਲੈਂਦੀ। ਫਿਰ 1935 ਦੇ ਵਿੱਚ ਭਾਰਤ ਸਰਕਾਰ ਐਕਟ ਪਾਸ ਹੁੰਦਾ। ਇਹਦੇ ਵਿੱਚ ਜਿਹੜੀਆਂ ਰਾਜ ਦੀਆਂ ਸ਼ਕਤੀਆਂ ਨੇ ਇਹਨੂੰ ਤਿੰਨ ਸੂਚੀਆਂ ਦੇ ਵਿੱਚ ਵੰਡਿਆ ਜਾਂਦਾ, ਸੰਘੀ, ਸੂਬਾਈ ਤੇ ਸਮਕਾਲੀ। ਉਸ ਤੋਂ ਬਾਅਦ ਕੇਂਦਰ ਵਿੱਚ ਦਾਰਗੀ ਯਾਨੀ ਕਿ ਦੋਹਰੇ ਰਾਜ ਪ੍ਰਣਾਲੀ ਦੀ ਸ਼ੁਰੂਆਤ ਹੁੰਦੀ ਹੈ। ਗਵਰਨਰ ਜਨਰਲ ਅਤੇ ਉਸਦੇ ਕੌਂਸਲਰਾਂ ਨੇ ਰਾਖਵੇਂ ਵਿਸ਼ੇ, ਦੀਵਾਲੀਵਾਦ ਦੇ ਖਾਤਮੇ ਅਤੇ ਸੂਬਿਆਂ ਵਿੱਚ ਸੂਬਾਈ ਖੁਦ ਮੁਖਤਿਆਰੀ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਫਿਰ ਅਸੀਂ ਇਹ ਕਹਿ ਦਿੰਦੇ ਹਾਂ ਅੱਗੇ 1940 ਦੇ ਵਿੱਚ ਅਗਸਤ ਦੀ ਪੇਸ਼ਕਸ਼ ਸ਼ੁਰੂ ਹੁੰਦੀ ਹੈ, ਜਿਹਦੇ ਵਿੱਚ ਅਗਸਤ ਦੀ ਪੇਸ਼ਕਸ਼ ਦੇ ਵਿੱਚ ਭਾਰਤ ਲਈ ਮੰਤਵ ਵਜੋਂ ਡੋਮੀਨੀਅਨ ਰੁਤਬਾ ਦਿੱਤਾ ਜਾਂਦਾ ਹੈ। ਵਾਇਸਰਾਏ ਦੀ ਕਾਰਜਕਾਰੀ ਸਭਾ ਦਾ ਵਿਸਥਾਰ ਤੇ ਜਦੋਂ ਤੋਂ ਬਾਅਦ ਇੱਕ ਸੰਵਿਧਾਨਕ ਅਸੈਂਬਲੀ ਦੀ ਸਥਾਪਨਾ ਕਰਨ ਦਾ ਵੀ ਪ੍ਰਸਤਾਵ ਦਿੱਤਾ ਜਾਂਦਾ ਹੈ। ਕਾਂਗਰਸ ਨੇ ਜਿਹੜੀ ਅਗਸਤ ਪੇਸ਼ਕਸ਼ ਹੈ ਜਿਹੜੀ 1940 ਦੇ ਵਿੱਚ ਹੋਈ, ਉਹਨੂੰ ਰੱਦ ਕਰ ਦਿੱਤਾ ਸੀ। ਫਿਰ ਆਉਂਦਾ ਹੈ ਜੀ 1940-41 ਦੇ ਵਿੱਚ ਵਿਅਕਤੀਗਤ ਸੱਤਿਆਗ੍ਰਹਿ। ਵਿਅਕਤੀਗਤ ਸੱਤਿਆਗ੍ਰਹਿ ਦੇ ਵਿੱਚ ਕੀ ਸੀ ਕਿ ਇਸ ਸੱਤਿਆਗ੍ਰਹਿ ਦੇ ਵਿੱਚ ਸਾਰਿਆਂ ਨੇ ਸੱਤਿਆਗ੍ਰਹਿ ਨਹੀਂ ਸੀ ਕਰਨਾ, ਸਿਰਫ ਇੱਕ ਵਿਅਕਤੀ ਨੇ ਸੱਤਿਆਗ੍ਰਹਿ ਕਰਨਾ ਸੀ। ਤੇ ਜਦੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਂਦਾ, ਉਸ ਤੋਂ ਬਾਅਦ ਫਿਰ ਦੂਸਰੇ ਨੇ ਸੱਤਿਆਗ੍ਰਹਿ ਕਰਨਾ ਸੀ। ਇਹਦੇ ਵਿੱਚ ਆਚਾਰੀਆ ਵਿਨੋਬਾ ਭਾਵੇ ਪਹਿਲੇ ਸੱਤਿਆਗ੍ਰਹਿੀ ਦੀ ਪੇਸ਼ਕਸ਼ ਕਰਦੇ ਸੀ ਤੇ 3 ਮਹੀਨਿਆਂ ਦੀ ਉਹਨਾਂ ਨੂੰ ਕੈਦ ਸੁਣਾਈ ਗਈ ਸੀ। ਉਸ ਤੋਂ ਬਾਅਦ 1942 ਦੇ ਵਿੱਚ ਕ੍ਰਿਪਸ ਮਿਸ਼ਨ 1942 ਦੇ ਵਿੱਚ ਹੁੰਦਾ, ਜਿਹਦੇ ਵਿੱਚ ਬ੍ਰਿਟਿਸ਼ ਸਰਕਾਰ ਇਹ ਚਾਹੁੰਦੀ ਸੀ ਕਿ ਜਿਹੜੇ ਭਾਰਤ ਉੱਤੇ ਉਹਨਾਂ ਦਾ ਰਾਜ ਰਵੇ, ਠੀਕ ਹੈ ਜੀ, ਤੇ ਉਸਨੇ ਭਾਰਤ ਨੂੰ ਡੋਮੀਨੀਅਨ ਰੁਤਬਾ ਦੇਣ ਦਾ ਵਾਅਦਾ ਕੀਤਾ। ਪਰ ਗਾਂਧੀ ਜੀ ਨੇ ਕ੍ਰਿਪਸ ਮਿਸ਼ਨ ਦੇ ਜਿਹੜੇ ਪ੍ਰਸਤਾਵ ਨੇ ਉਹਨਾਂ ਨੂੰ ਪੋਸਟ ਡੇਟਡ ਚੈੱਕ ਕਹਿ ਕੇ ਇਨਕਾਰ ਕਰ ਦਿੱਤਾ। ਉਸ ਤੋਂ ਬਾਅਦ 1942 ਤੋਂ ਲੈ ਕੇ 1944 ਤੱਕ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ ਗਿਆ। ਆਲ ਇੰਡੀਆ ਕਾਂਗਰਸ ਕਮੇਟੀ ਨੇ 8 ਅਗਸਤ 1942 ਨੂੰ ਬੰਬੇ ਵਿਖੇ ਮੀਟਿੰਗ ਕੀਤੀ ਅਤੇ ਪ੍ਰਸਿੱਧ ਭਾਰਤ ਛੱਡੋ ਮਤਾ ਪਾਸ ਕੀਤਾ। ਉਸੇ ਦਿਨ ਗਾਂਧੀ ਜੀ ਨੇ ਸੀ ਰਾਜਗੋਪਾਲਾਚਾਰੀ ਫਾਰਮੂਲਾ 1944 ਤਿਆਰ ਕੀਤਾ, ਜਿਹਨੂੰ ਗਾਂਧੀ ਜੀ ਨੇ ਸਵੀਕਾਰ ਕਰ ਲਿਆ। ਇਹਦਾ ਮਤਲਬ ਇਹ ਸੀ ਕਿ ਯੁੱਧ ਤੋਂ ਬਾਅਦ ਉੱਤਰ ਪੱਛਮ ਅਤੇ ਉੱਤਰ ਪੂਰਬੀ ਭਾਰਤ ਵਿੱਚ ਮੁਸਲਮਾਨ ਬਹੁ ਗਿਣਤੀ ਖੇਤਰਾਂ ਦੇ ਵਿੱਚ ਇੱਕ ਕਹਿ ਲਓ ਕਿ ਵੋਟਿੰਗ ਰਾਹੀਂ ਕਿ ਇਹਨਾਂ ਦਾ ਮੁਸਲਮਾਨਾਂ ਦਾ ਵੱਖਰਾ ਰਾਜ ਬਣਾਉਣਾ ਹੈ ਕਿ ਨਹੀਂ ਬਣਾਉਣਾ, ਇਹਦੇ ਬਾਰੇ ਫੈਸਲਾ ਲੈਣਾ ਸੀ। ਉਸ ਤੋਂ ਬਾਅਦ ਵੇਵਲ ਜੋਧਿਆਂ ਅਤੇ ਸਿਮਲਾ ਕਾਨਫਰੰਸ ਹੁੰਦੀ ਹੈ 1945 ਦੇ ਵਿੱਚ। ਗਵਰਨਰ ਜਨਰਲ ਦੀ ਕਾਰਜਕਾਰੀ ਸਭਾ ਦਾ ਪੁਨਰਗਠਨ ਕਰਨ ਦਾ ਉਦੇਸ਼ ਨਵੇਂ ਸੰਵਿਧਾਨ ਦੀ ਤਿਆਰੀ ਅਜੇ ਨਹੀਂ ਕੀਤੀ ਗਈ ਹੁੰਦੀ। ਗਵਰਨਰ ਜਨਰਲ ਤੇ ਕਮਾਂਡਰ ਇਨ ਚੀਫ ਦੇ ਅਫਵਾਦ ਦੇ ਨਾਲ ਕਾਰਜਕਾਰੀ ਸਭਾ ਦੇ ਸਾਰੇ ਮੈਂਬਰ ਭਾਰਤੀ ਹੋਣੇ ਸਨ। ਹਿੰਦੂਆਂ ਅਤੇ ਮੁਸਲਮਾਨਾਂ ਦੀ ਬਰਾਬਰ ਪ੍ਰਤੀਨਿਧਤਾ ਹੋਣੀ ਸੀ। ਇਹ ਸ਼ਿਮਲਾ ਕਾਨਫਰੰਸ ਦੇ ਵਿੱਚ ਹੁੰਦਾ। ਉਸ ਤੋਂ ਬਾਅਦ ਇੰਡੀਅਨ ਨੈਸ਼ਨਲ ਆਰਮੀ ਟਰਾਇਲ 1945 ਦੇ ਵਿੱਚ INA ਦੇ ਸੈਨਿਕਾਂ ਦਾ ਟਰਾਇਲ ਲਾਲ ਕਿਲੇ ਦੇ ਵਿੱਚ ਹੁੰਦਾ। ਫਿਰ ਕੈਬਨਿਟ ਮਿਸ਼ਨ 1946, ਕੈਬਨਿਟ ਮਿਸ਼ਨ ਜਿਹੜਾ ਇਹ 1946 ਦੇ ਵਿੱਚ ਆਉਂਦਾ, ਜਿਹਦੇ ਵਿੱਚ ਭਾਰਤ ਵਿੱਚ ਆਮ ਚੋਣਾਂ ਤੋਂ ਬਾਅਦ 15 ਮਾਰਚ 1946 ਨੂੰ ਬਰਤਾਨਵੀ ਪ੍ਰਧਾਨ ਮੰਤਰੀ ਐਟਲੀ ਦੇ ਐਲਾਨ ਅਨੁਸਾਰ ਭਾਰਤ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਕੈਬਨਿਟ ਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ। ਕੈਬਨਿਟ ਮਿਸ਼ਨ 24 ਮਾਰਚ 1946 ਨੂੰ ਦਿੱਲੀ ਪਹੁੰਚਿਆ ਸੀ, ਠੀਕ ਹੈ ਜੀ। ਤੇ ਇਹਦੇ 3 ਮੈਂਬਰ ਜਿਹੜੇ ਸੀ ਉਹ ਕੀ ਸੀ, ਪੈਥਿਕ ਲਾਰੈਂਸ, ਸਰ ਸਟਾਫੋਰਡ ਕ੍ਰਿਪਸ ਅਤੇ AV ਅਲੈਗਜ਼ੈਂਡਰ। ਇਹਨਾਂ ਨੂੰ ਭਾਰਤ ਭੇਜਿਆ ਗਿਆ ਸੀ, ਜਿਸ ਨੂੰ ਆਪਾਂ ਕੈਬਨਿਟ ਮਿਸ਼ਨ ਦੇ ਵਜੋਂ ਜਾਣਦੇ ਹਾਂ। ਕੈਬਨਿਟ ਮਿਸ਼ਨ ਨੇ ਬ੍ਰਿਟਿਸ਼ ਭਾਰਤ ਤੇ ਸ਼ਾਹੀ ਰਾਜਾਂ ਜਿਹੜੇ ਪ੍ਰਿੰਸਲੀ ਸਟੇਟ ਸੀ, ਇਹਨਾਂ ਦੋਵਾਂ ਨੂੰ ਸ਼ਾਮਲ ਕਰਕੇ ਭਾਰਤ ਦੀ ਇੱਕ ਯੂਨੀਅਨ ਦਾ ਗਠਨ ਕਰਨ ਦਾ ਪ੍ਰਸਤਾਵ ਦਿੱਤਾ ਸੀ, ਜਿਹਨੂੰ ਮੁਸਲਿਮ ਲੀਗ ਅਤੇ ਕਾਂਗਰਸ ਦੋਵਾਂ ਨੇ ਸਵੀਕਾਰ ਕਰ ਲਿਆ ਸੀ। ਉਸ ਤੋਂ ਬਾਅਦ ਮਾਊਂਟਬੈਟਨ ਪਲਾਨ 1947 ਆਉਂਦਾ ਜੀ। ਇਹਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਭਾਰਤ ਤੇ ਪਾਕਿਸਤਾਨ ਨੂੰ ਅਲੱਗ ਕਰ ਦਿੱਤਾ ਗਿਆ ਸੀ। ਲਾਰਡ ਮਾਊਂਟਬੈਟਨ ਨੇ 3 ਜੂਨ 1947 ਨੂੰ ਭਾਰਤ ਦੀ ਵੰਡ ਦੀ ਯੋਜਨਾ ਰੱਖੀ ਸੀ। ਭਾਰਤੀ ਸੁਤੰਤਰਤਾ ਐਕਟ 1947 ਬ੍ਰਿਟਿਸ਼ ਸਰਕਾਰ ਨੇ 18 ਜੁਲਾਈ 1947 ਨੂੰ ਭਾਰਤੀ ਸੁਤੰਤਰਤਾ ਐਕਟ ਲਾਗੂ ਕਰਕੇ ਮਾਊਂਟਬੈਟਨ ਯੋਜਨਾ ਨੂੰ ਰਸਮੀ ਤੌਰ ਤੇ ਪ੍ਰਵਾਨਗੀ ਦੇ ਦਿੱਤੀ ਸੀ ਅਤੇ ਦੇਸ਼ ਅਤੇ ਭਾਰਤ ਅਤੇ ਪਾਕਿਸਤਾਨ ਦੀ ਵੰਡ 15 ਅਗਸਤ 1947 ਨੂੰ ਲਾਗੂ ਹੋਵੇਗੀ। ਤੇ ਰੈੱਡ ਕਲਿਫ ਸੀਮਾ ਕਮਿਸ਼ਨ ਨੇ ਇਹ ਸੀਮਾ ਖਿੱਚੀ ਕਿ ਭਾਰਤ ਤੇ ਪਾਕਿਸਤਾਨ ਨੂੰ ਵੱਖ ਕਰ ਦਿੱਤਾ ਜਾਏਗਾ। ਇਹ ਕੁਝ ਮਹਾਨ ਕਹਿ ਲਓ ਕਿ ਮਹੱਤਵਪੂਰਨ ਘਟਨਾਵਾਂ ਸਨ, ਜਿਨ੍ਹਾਂ ਬਾਰੇ ਅਸੀਂ ਡਿਸਕਸ ਕੀਤਾ। ਇਹ ਜਿੰਨੀਆਂ ਵੀ ਘਟਨਾਵਾਂ ਨੇ ਇਹਨਾਂ ਦੇ ਤੁਹਾਨੂੰ ਈਅਰ ਤੇ ਕਿਉਂ ਹੋਈਆਂ ਇਹਨਾਂ ਬਾਰੇ ਤੁਹਾਨੂੰ
ਯਾਦ ਹੋਣਾ ਚਾਹੀਦਾ ਜੇਕਰ ਤੁਸੀਂ ਹਿਸਟਰੀ ਦੇ ਸਟੂਡੈਂਟ ਹੋ। ਜੇਕਰ ਹਿਸਟਰੀ ਦੇ ਸਟੂਡੈਂਟ ਨਹੀਂ ਵੀ ਹੋ ਤੇ ਕਿਸੇ ਵੀ ਤੁਸੀਂ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਉਹਦੇ ਵਾਸਤੇ ਤੁਹਾਨੂੰ ਇਹ ਕਾਫੀ ਮਹੱਤਵਪੂਰਨ ਘਟਨਾਵਾਂ ਨੇ, ਯਾਦ ਹੋਣੀਆਂ ਚਾਹੀਦੀਆਂ ਨੇ। ਧੰਨਵਾਦ। ਆਲ ਦੀ ਬੈਸਟ ਫਾਰ ਦਾ ਐਗਜ਼ਾਮ। ਥੈਂਕ ਯੂ।